ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਿਕ ਦਿਵਸ ਬਿਤਾਏ। ਸਭਾ ਲਗਾਏ ਬਿਰਾਜ ਹੀ। ਗਾਵੈਂ ਸ਼ਬਦ ਸੁਨਾਏ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੇਤਿਕ ਦਿਵਸ ਬਿਤਾਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਯਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਕਿਰਪਾ ਦਇਆ ਰਹਿਮਤ ਹੋਈ ਹੈ। ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਸੱਜ ਕੇ ਬੈਠੇ ਹਾਂ, ਜੁੜ ਕੇ ਬੈਠੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਜ਼ਿੰਦਗੀ ਦੇ ਵਿੱਚ ਚੰਗੇ ਭਾਗਾਂ ਵਾਲਿਆਂ ਨੂੰ ਇਹ ਮੌਕਾ ਮਿਲਦਾ ਹੈ ਗੁਰੂ ਜੀ ਦੇ ਚਰਨਾਂ ਵਿੱਚ ਆਉਣ ਦਾ, ਬੈਠਣ ਦਾ, ਕਥਾ ਕੀਰਤਨ ਸੁਣਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀਗੇ। ਜਿਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੈ ਮਨ ਡੇਹੀਆਂ। ਜੈਤ ਸ੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਛੰਤ ਲਿਖੇ ਆ। ਉਹਨਾਂ ਵਿੱਚ ਇਹ ਬਚਨ ਹੁੰਦਾ ਜੀ, ਜਿਨੀ ਮੈਂਡਾ ਲਾਲ ਰਿਝਾਇਆ। ਮੈਂਡਾ ਕਹਿੰਦੇ ਆ ਮੇਰੇ ਨੂੰ। ਆਪਾਂ ਰਹਿਰਾਸ ਸਾਹਿਬ 'ਚ ਪੜ੍ਹਦੇ ਹਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਮੈਂਡਾ ਦਾ ਅਰਥ ਹੁੰਦਾ ਮੇਰਾ। ਜਿਨ੍ਹਾਂ ਨੇ ਜਿਨੀ ਮੈਂਡਾ ਲਾਲ ਰਿਝਾਇਆ, ਲਾਲ ਕਹਿੰਦੇ ਪਿਆਰੇ ਨੂੰ, ਪਰਮੇਸ਼ਰ ਨੂੰ। ਜਿਨ੍ਹਾਂ ਨੇ ਮੇਰੇ ਪਿਆਰੇ ਪਰਮੇਸ਼ਰ ਨੂੰ ਖੁਸ਼ ਕਰ ਲਿਆ। ਦੁਨੀਆਦਾਰ ਬੰਦੇ ਨਹੀਂ ਖੁਸ਼ ਹੁੰਦੇ ਛੇਤੀ, ਤੇ ਰੱਬ ਦਾ ਖੁਸ਼ ਹੋਣਾ ਤੇ ਬਹੁਤ ਵੱਡੀ ਗੱਲ ਹੈ ਜੀ। ਕਿਸੇ ਉੱਤੇ ਰੱਬ ਖੁਸ਼ ਹੋ ਜਾਵੇ ਜੀ। ਜਿਨ੍ਹਾਂ ਨੇ ਰੱਬ ਨੂੰ ਖੁਸ਼ ਕਰ ਲਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਜੀ ਕਰਦਾ ਮੈਂ ਆਪਣਾ ਮਨ ਉਹਨਾਂ ਨੂੰ ਦੇ ਦਿਆਂ, ਆਪਣਾ ਮਨ ਉਹਨਾਂ ਨੂੰ ਦੇ ਦਿਆਂ। ਉਹ ਫਿਰ ਮੈਨੂੰ ਰੱਬ ਨਾਲ ਮਿਲਾ ਦੇਣਗੇ। ਜ਼ਿੰਦਗੀ ਵਿੱਚ ਰੱਬ ਨਾਲ ਮਿਲਣ ਦਾ ਕਿਸੇ ਵਿਰਲੇ ਭਾਗਾਂ ਵਾਲੇ ਦਾ ਹੀ ਫੁਰਨਾ ਬਣਦਾ ਕਿ ਮੈਂ ਵਾਹਿਗੁਰੂ ਨਾਲ ਮਿਲਣਾ, ਮੈਂ ਪਰਮੇਸ਼ਰ ਨਾਲ ਮਿਲਣਾ। ਕਿਸੇ ਵਿਰਲੇ ਵਿਰਲੇ ਭਾਗਾਂ ਵਾਲੇ ਦਾ ਇਹ ਫੁਰਨਾ ਬਣਦਾ, ਨਹੀਂ ਤੇ ਦੁਨੀਆ ਇਸ ਪਾਸੇ ਧਿਆਨ ਨਹੀਂ ਦਿੰਦੀ ਜੀ। ਸੋ ਮਹਾਰਾਜ ਜੀ ਨੇ ਕਿਰਪਾ ਕੀਤੀ। ਬੜੀ ਨਿਮਰਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਵਰਤਣੀ ਸਿਖਾਈ ਹੈ ਜੀ। ਆਪ ਖੁਦ ਪਰਮੇਸ਼ਰ ਹਨ, ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪਣੇ ਤੇ ਗੱਲ ਟੁਕਾ ਕੇ ਤੇ ਸਾਨੂੰ ਸਿੱਖਿਆ ਦੇ ਰਹੇ ਹਨ। ਸਿੱਖੋ, ਤੁਸੀਂ ਵੀ ਇਸ ਤਰੀਕੇ ਨਾਲ ਰੱਬ ਦੇ ਪਿਆਰਿਆਂ ਅੱਗੇ ਬੇਨਤੀ ਕਰਿਆ ਕਰੋ। ਅੱਜ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ। ਗੁਰੂ ਰਾਮਦਾਸ ਜੀ ਦੀ ਪੰਕਤੀ ਮਨ ਨੂੰ ਬੜੀ ਲੱਗੀ ਜੀ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਦੀਨ ਦੁਨੀਆ ਦੇ ਮਾਲਕ, ਸੋਢੀ ਸੁਲਤਾਨ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ, ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਹਰ ਕੇ ਜਨ, ਰੱਬ ਦੇ ਪਿਆਰਿਆਂ ਦਾ ਸਤਿਕਾਰ ਕਿਵੇਂ ਕਰਨਾ। ਜਨ ਸੇਵਕ, ਜਿਹੜੇ ਰੱਬ ਦੇ ਸੇਵਕ ਬਣ ਜਾਂਦੇ ਆ ਜੀ। ਹਰ ਕੇ ਜਨ
ਸਤਿਗੁਰ ਸਤਿਪੁਰਖਾ। ਰੱਬ ਦੇ ਪਿਆਰੇ ਕਹਿਣ ਲੱਗੇ ਸਤਿਗੁਰੂ ਦਾ ਹੀ ਰੂਪ ਨੇ, ਸਤਿਪੁਰਸ਼ ਨੇ, ਚੰਗੇ ਪੁਰਸ਼ ਹਨ। ਬਿਨੋ ਕਰੋ ਗੁਰ ਪਾਸ। ਕਹਿੰਦੇ ਮੈਂ ਗੁਰੂ ਅਮਰਦਾਸ ਸਾਹਿਬ ਨੂੰ ਇਹ ਬੇਨਤੀ ਕਰਦਾ, ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ। ਹੇ ਰੱਬ ਦੇ ਪਿਆਰਿਓ, ਹੇ ਸਤਿਗੁਰੂ ਜੀ, ਸਤਿਪੁਰਸ਼ੋ, ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦਾ ਹਾਂ। ਤੇ ਅੱਜ ਕੱਲ ਦਾ ਕੋਈ ਬੰਦਾ ਆਪਣੇ ਆਪ ਨੂੰ ਕੀੜਾ ਕਹਿ ਕੇ ਰਾਜੀ ਨਹੀਂ ਤੇ ਹੈਗਾ। ਮਾਲਕ ਕਮਾਉਣ ਵਾਲੇ ਤੇ ਸਾਰੇ ਬੈਠੇ ਜੀ, ਵੀ ਅਸੀਂ ਮਾਲਕ ਹੈਗੇ ਆ ਜੀ, ਕੀੜਾ ਕਮਾਉਣ ਨੂੰ ਨਹੀਂ ਤਿਆਰ ਹੈਗੇ ਜੀ। ਤੇ ਜਿਹੜੇ ਮਾੜੇ ਮੋਟੇ ਆਪਣੇ ਆਪ ਨੂੰ ਕੀੜਾ ਖਵਾਉਂਦੇ ਵੀ ਨਾ ਜੀ, ਉਹ ਉੱਤੋਂ ਉੱਤੋਂ ਹੀ ਕਹਿੰਦੇ, ਮਨੋਂ ਨਹੀਂ ਕਹਿੰਦੇ ਜੀ। ਉਹ ਜਿਹੜੇ ਮਨੋਂ ਕਹਿੰਦੇ ਉਹਨਾਂ ਦੀ ਗੱਲ ਹੋਰ ਹੈ ਜੀ। ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ, ਕਹਿੰਦੇ ਹਮ ਕੀਰੇ, ਕੀੜਾ ਆਖਿਆ ਜੀ। ਕਿੰਨੀ ਨਿਮਰਤਾ ਗੁਰੂ ਰਾਮਦਾਸ ਜੀ ਨੇ ਵਰਤੀ ਜੀ। ਫਿਰ ਕਿਰਮ ਆਖਿਆ, ਕਿਰਮ। ਕੀੜੇ ਤੇ ਨਜ਼ਰ ਆ ਜਾਂਦੇ ਨਾ ਜੀ, ਇੱਕ ਨਿੱਕੇ ਨਿੱਕੇ ਕਿਰਮ ਹੁੰਦੇ ਆ ਜੀ। ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ। ਕਿੰਨੀ ਨਿਮਰਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਵਰਤੀ। ਮੈਂ ਪਾਠ ਕਰਦਾ ਸੋਚ ਰਿਹਾ ਸਾਂ, ਧੰਨੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਇੰਨੀ ਨਿਮਰਤਾ ਤੁਸੀਂ ਵਰਤ ਸਕਦੇ ਜੀ, ਆਮ ਬੰਦਾ ਨਹੀਂ ਵਰਤ ਸਕਦਾ ਜੀ। ਆਪਣੇ ਆਪ ਨੂੰ ਕਿਰਮ ਕਹਿਣਾ ਜੀ। ਹੁਣ ਗੁਰੂ ਰਾਮਦਾਸ ਸਾਹਿਬ ਤੇ ਮਾਲਕ ਨੇ, ਪਾਤਸ਼ਾਹ ਨੇ, ਪਰਮੇਸ਼ਰ ਹਨ। ਤੇ ਇਹਦਾ ਭਾਵ ਪਤਾ ਕੀ ਹੈ? ਇਹਦਾ ਭਾਵ ਹੈ ਵੀ ਗੁਰੂ ਸਾਹਿਬ ਸਾਨੂੰ ਕਹਿੰਦੇ ਤੁਸੀਂ ਕਿਆ ਕਰੋ। ਤਾਈਓਂ ਤੇ ਮਹਾਰਾਜ ਨੇ ਨਿਤਨੇਮ ਬਣਾਇਆ ਜੀ, ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ। ਬੜੀ ਬੜੀ ਪਾਠ ਵਿੱਚ ਹਰ ਹਰ ਸ਼ਬਦ ਆਈ ਗਿਆ ਜੀ, ਹਰ ਹਰ ਸ਼ਬਦ ਆਈ ਗਿਆ ਜੀ। ਬੜਾ ਪਾਠ ਕਰਦਿਆਂ ਧਿਆਨ ਰੱਖਿਆ ਵੀ ਵੇਖਣਾ ਵੀ ਹਰ ਹਰ ਕਿੰਨੀ ਕੁ ਵਾਰੀ ਆ ਜਾਂਦਾ ਜੀ। ਹਰ ਪਰਮੇਸ਼ਰ ਦਾ ਨਾਮ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਆਪੇ ਹੀ ਜਪਿਆ ਜਾਂਦਾ ਜੀ। ਜਿਹੜਾ ਸਾਡਾ ਸਵਾਲ ਹੈ ਨਾ ਵੀ ਨਾਮ ਜਪੀਏ ਜਾਂ ਬਾਣੀ ਪੜ੍ਹੀਏ, ਧਿਆਨ ਨਾਲ ਬਾਣੀ ਪੜ੍ਹੋ। ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਮ ਵਿੱਚ ਹੀ ਹੈਗਾ ਜੀ। ਹਰ ਕੇ ਜਨ ਆ ਗਿਆ ਨਾ ਜੀ, ਹਰ ਪਰਮੇਸ਼ਰ ਦਾ ਨਾਮ ਫੇਰ ਆ ਗਿਆ ਜੀ। ਫਿਰ ਅਗਲਾ ਪਦਾ ਤੁਸੀਂ ਲੈ ਕੇ ਚੱਲੋ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਭਰਿਆ। ਫਿਰ ਹਰ ਆ ਗਿਆ ਜੀ। ਫਿਰ ਕਿੰਨੀ ਵਾਰੀ ਮਹਾਰਾਜ ਨੇ ਕਿਹਾ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਫਿਰ ਕੀ ਆਖਿਆ ਜੀ? ਹਰ ਧਿਆਵਹੁ ਹਰ ਧਿਆਵਹੁ ਸੰਤੋਹ ਜੀ ਸਭ ਦੁਖ ਵਿਸਾਰਣਹਾਰਾ। ਫਿਰ ਕਹਿੰਦੇ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਹਰ ਫੇਰ ਆ ਗਿਆ ਜੀ। ਫਿਰ ਤੁਸੀਂ ਇਹ ਪਦਾ ਪੜ੍ਹ ਕੇ ਵੇਖੋ, ਗੁਰੂ ਰਾਮਦਾਸ ਜੀ ਬਾਰ-ਬਾਰ ਜੀ 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 ਲਿਖਦੇ ਜੀ। ਹਰ ਜੀ ਉੱਤੇ ਵਿਸ਼ਰਾਮ ਹੈਗਾ ਜੀ। ਜਿਵੇਂ ਆਪਾਂ ਬਾਰ-ਬਾਰ ਕਿਸੇ ਨੂੰ ਕਹਿੰਦੇ ਨਾ ਹਾਂਜੀ, ਪਿਆਰ ਨਾਲ ਗੱਲਾਂ ਕਰਦੇ ਜੀ ਜੀ ਜੀ। ਗੁਰੂ ਰਾਮਦਾਸ ਜੀ ਨੇ ਚਾਰੇ ਪਦਿਆਂ ਵਿੱਚ ਜੀ ਜੀ ਆਖਿਆ ਜੀ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ।
ਸੋ ਮਹਾਰਾਜ ਗਰੀਬ ਨਵਾਜ ਬੜੀ ਨਿਮਰਤਾ ਬਖਸ਼ਿਸ਼ ਕਰਦੇ। ਜਿਹੜਾ ਧਿਆਨ ਨਾਲ ਪ੍ਰੇਮ ਨਾਲ ਬਾਣੀ ਪੜ੍ਹਦਾ ਨਾ ਜੀ, ਉਹ ਦੁਨੀਆ ਨਾਲੋਂ ਟੁੱਟ ਜਾਂਦਾ ਜੀ। ਕਿਉਂ? ਬਾਣੀ ਦੇ ਵਿੱਚ ਆਪ ਵਿੱਚ ਹੀ ਇੰਨਾ ਰਸ ਹੈਗਾ ਜੀ, ਉਹ ਹੋਰ ਪਾਸੇ ਜਾ ਕੇ ਕੀ ਕਰੇਗਾ ਜੀ। ਮਹਾਰਾਜ ਬਹੁਤੀ ਨਿਮਰਤਾ ਸਾਨੂੰ ਰੱਖਣੀ ਸਿਖਾਉਂਦੇ ਆ। ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹ ਰਹੇ ਸੀਗੇ, ਇੱਕਦਮ ਧਿਆਨ ਉਧਰ ਗਿਆ ਵੀ ਗੁਰੂ ਸਾਹਿਬ ਕਿੰਨੀ ਨਿਮਰਤਾ ਵਰਤ ਰਹੇ ਜੀ। ਜਿੰਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੇ ਮਨ ਡੇਹੀਆ। ਮੈਂ ਆਪਣਾ ਮਨ ਉਹਨੂੰ ਭੇਟ ਕਰ ਦਿਆਂ ਜਿਹਨੇ ਰੱਬ ਨੂੰ ਖੁਸ਼ ਕਰ ਲਿਆ ਜੀ। ਹਾਂਜੀ, ਰੱਬ ਨੂੰ ਖੁਸ਼ ਕਰਨਾ ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈਗੀ ਹੈ। ਤੇ ਆਮ ਟੱਬਰ ਦੇ ਜੀ ਨਹੀਂ ਖੁਸ਼ ਹੁੰਦੇ ਜੀ ਬੰਦੇ ਤੋਂ। ਕਦੀ ਕੋਈ ਗਿਲਾ ਸ਼ਿਕਵਾ, ਕਦੀ ਕੋਈ ਗਿਲਾ ਸ਼ਿਕਵਾ, ਤੇ ਰੱਬ ਤੇ ਬਹੁਤ ਵੱਡਾ ਜੀ। ਪਰ ਕੋਈ ਨਹੀਂ, ਰੱਬ ਦਾ ਸੁਭਾਅ ਟੱਬਰ ਦੇ ਜੀਆਂ ਵਾਲਾ ਨਹੀਂ ਹੈਗਾ ਜੀ। ਹਾਂਜੀ, ਮਹਾਰਾਜ ਬਾਣੀ ਵਿੱਚ ਲਿਖਦੇ, ਜਿਹੜਾ ਉਹਨੂੰ ਨਹੀਂ ਵੀ ਮੰਨਦਾ ਨਾ ਜੀ, ਰੱਬ ਉਹਨੂੰ ਵੀ ਪਾਲਦਾ ਜੀ। ਅਕਿਰਤ ਕਣਾਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਟੱਬਰ ਦੇ ਜੀ ਸਦਾ ਬਖਸ਼ਿੰਦ ਨਹੀਂ ਚਾਹੁੰਦੇ, ਗਿਣ ਗਿਣ ਕੇ ਹਿਸਾਬ ਲੈਂਦੇ ਪੂਰੇ ਜੀ ਅਗਲੇ। ਪਰਮੇਸ਼ਰ ਸਦਾ ਬਖਸ਼ਿੰਦ ਹੈ, ਪਰਮੇਸ਼ਰ ਸਦਾ ਹੀ ਦਇਆ ਕਰਨ ਵਾਲਾ, ਪਰਮੇਸ਼ਰ ਸਦਾ ਹੀ ਮਿਹਰਾਂ ਕਰਨ ਵਾਲਾ ਜੀ। ਸੋ ਆਪ ਜੀ ਬੜੇ ਪਿਆਰ ਨਾਲ ਗੁਰਬਾਣੀ ਜੀ ਦਾ ਕੀਰਤਨ ਸੁਣ ਰਹੇ ਸੀਗੇ। ਹੁਣ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ, ਜਿਸ ਇਤਿਹਾਸ ਨੂੰ ਪੜ੍ਹ ਸੁਣ ਕੇ ਬੜੀ ਸੋਝੀ ਮਿਲਦੀ ਹੈ। ਕੋਈ ਸਿੱਖਣਾ ਚਾਹਵੇ ਉਹਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਹਜ਼ੂਰ ਸੱਚੇ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੁਭਾਏਮਾਨ ਹਨ। 6ਵੇਂ ਪਾਤਸ਼ਾਹ 25 ਸਾਲਾਂ ਦਾ ਪੁੱਤਰ ਗੁਰੂ ਜੀ ਦਾ ਬਾਬਾ ਜੀ ਬਾਬਾ ਗੁਰਦਿੱਤਾ ਜੀ ਸਰੀਰ ਤਿਆਗਦੇ ਹਨ। ਬਹੁਤ ਵੱਡਾ ਵੈਰਾਗ ਪੈਦਾ ਹੁੰਦਾ ਜੀ। ਤੁਸੀਂ ਸੁਣਿਆ, ਬਾਬਾ ਗੁਰਦਿੱਤਾ ਜੀ ਦੇ ਅਸਥਾਨ ਨੂੰ ਗੁਰੂ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਬੜੇ ਵਰ ਬਖਸ਼ਿਸ਼ ਕੀਤੇ ਜੀ। ਫਿਰ ਧੰਨ ਬਾਬਾ ਗੁਰਦਿੱਤਾ ਜੀ ਦੇ ਉਸ ਸਮੇਂ ਦੀ ਮਰਿਆਦਾ ਅਨੁਸਾਰ 13ਵਾਂ ਦਿਨ ਕੀਤਾ ਗਿਆ ਜੀ। ਬਾਬਾ ਧੀਰਮਲ ਜੀ ਨਹੀਂ ਆਏ ਜੀ। ਵੇਖੋ, ਉਮਰ ਉਹਨਾਂ ਦੀ 14-15 ਸਾਲ ਦੀ ਹੋਏਗੀ, ਪਰ 14-15 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜੀ। ਭਗਤ ਰਵਿਦਾਸ ਜੀ ਇੱਕ ਬਾਣੀ ਚ ਪੰਕਤੀ ਕਹਿੰਦੇ ਆ, ਕਹਿੰਦੇ ਥਰਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ। ਕਹਿੰਦੇ ਮੇਰਾ ਦਿਲ ਹਮੇਸ਼ਾ ਕੰਬਦਾ ਰਹਿੰਦਾ। ਪੁੱਛਿਆ, ਭਗਤ ਜੀ ਤੁਹਾਡਾ ਦਿਲ ਕਿਉਂ ਕੰਬਦਾ ਰਹਿੰਦਾ? ਭਗਤ ਜੀ ਕਹਿੰਦੇ ਕੋਈ ਪਤਾ ਨਹੀਂ ਰੱਬ ਨੇ ਕੀ ਕਰਨਾ ਹੈ, ਕੀ ਹੁਕਮ ਹੋਣਾ ਜੀ, ਤੇ ਸਾਨੂੰ ਮੰਨਣਾ ਹੀ ਪੈਣਾ ਜੀ। ਹਾਂਜੀ, ਜਿਵੇਂ ਫੌਜ ਦੇ ਵਿੱਚ ਫੌਜੀ ਹੁੰਦਾ ਜੀ, ਤੇ ਜਿੱਧਰ ਹੁਕਮ ਹੋ ਗਿਆ ਉਹਨੂੰ ਜਾਣਾ ਪੈਣਾ ਜੀ। ਭਾਵੇਂ ਉਹ ਬਰਫੀਲੇ ਇਲਾਕੇ ਵਿੱਚ ਅੱਤ ਦੀ ਬਰਫ਼ 'ਚ ਉਹਨੂੰ ਡਿਊਟੀ ਦੇਣੀ ਪਵੇ, ਉਹਨੂੰ ਉਹ ਡਿਊਟੀ ਦੇਣੀ ਪੈਣੀ ਜੀ, ਭਾਵੇਂ ਜੋ ਮਰਜ਼ੀ ਹੋ ਜੇ ਜੀ। ਉਹਦੀ ਆਪਣੀ ਮਰਜ਼ੀ ਨਹੀਂ ਚੱਲਣੀ। ਤੇ ਸਾਡੇ ਪੰਜਾਬ ਦੀ ਇੱਕ ਕਹਾਵਤ ਹੈ ਵੀ ਨੌਕਰੀ ਕੀ ਤੇ ਨਖਰਾ ਕੀ। ਜਿਹਨੇ ਨੌਕਰੀ ਕਰਨੀ ਨਾ ਜੀ, ਉਹ ਨਖਰੇ ਨਹੀਂ ਕਰ ਸਕਦਾ ਜੀ। ਹਾਂਜੀ, ਜਿਹਨੇ ਨੌਕਰੀ ਕਰਨੀ ਉਹ ਨਖਰੇ ਨਹੀਂ ਕਰ ਸਕਦਾ, ਉਹਨੂੰ ਗੱਲ ਮੰਨਣੀ ਪੈਣੀ ਜੀ। ਜਾਂ ਨਾ ਕਰੇ, ਉਹਨੂੰ ਗੱਲ ਮੰਨਣੀ ਪੈਣੀ। ਇਸੇ ਤਰ੍ਹਾਂ ਜਿਹਨੇ ਇਸ ਰਸਤੇ ਤੇ ਤੁਰਨਾ ਉਹਨੂੰ ਨਖਰਾ ਨਹੀਂ ਕਰਨਾ ਪੈਣਾ, ਰੱਬ ਦੇ ਹੁਕਮ 'ਚ ਤੁਰਨਾ ਹੀ ਪੈਣਾ ਜੀ। ਆਮ ਨੌਕਰੀ ਤੇ ਬੰਦਾ ਛੱਡ ਸਕਦਾ ਵੀ ਜਾਓ ਮੈਂ ਨਹੀਂ ਕਰਦਾ ਨੌਕਰੀ, ਪਰ ਆਹ ਨੌਕਰੀ ਤੇ ਬੰਦਾ ਛੱਡ ਵੀ ਨਹੀਂ ਸਕਦਾ ਜੀ। ਰੱਬ ਨੂੰ ਕੀ ਕਹੂ ਵੀ ਜਾ ਮੈਂ ਤੇਰਾ ਨਹੀਂ ਹੁਕਮ ਮੰਨਦਾ, ਤੇ ਰੱਬ ਫਿਰ ਧੌਣ ਤੇ ਗੋਡਾ ਰੱਖ ਕੇ ਵੀ ਹੁਕਮ ਮਨਾ ਲੈਂਦਾ ਵੀ ਮੰਨਣਾ ਹੀ ਪੈਣਾ ਤੈਨੂੰ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਕੋਈ ਪਤਾ ਨਹੀਂ ਪਰਮੇਸ਼ਰ ਨੇ ਕਿਹਦੀ ਕਿਹੜੀ ਡਿਊਟੀ ਲਾ ਦੇਣੀ ਜੀ। ਬਾਬਾ ਧੀਰਮਲ ਜੀ ਉਸ ਸਮੇਂ ਨਹੀਂ ਆਏ। ਬਾਬਾ ਭਾਨਾ ਜੀ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ 6ਵੇਂ ਪਾਤਸ਼ਾਹ ਨੂੰ ਪੁੱਛਦੇ ਜੀ ਬਾਬੇ ਗੁਰਦਿੱਤਾ ਜੀ ਦੇ ਪੁੱਤਰਾਂ ਨੂੰ ਪੱਗ ਦੇਣੀ ਹੈ। ਪੱਗ ਹਮੇਸ਼ਾ ਵੱਡੇ ਪੁੱਤ ਨੂੰ ਦੇਈਦੀ ਹੈ, ਤੇ ਵੱਡਾ ਪੁੱਤਰ ਤੇ ਆਇਆ ਨਹੀਂ, ਤੇ ਉੱਥੇ ਭੇਜ ਗਏ। ਤੇ ਨਾਲ ਹੀ ਕਹਿਣ ਲੱਗੇ ਜੀ ਪਰ ਮੇਰਾ ਖਿਆਲ ਹੈ ਛੋਟੇ ਉੱਤੇ ਤੁਹਾਡੀ ਖੁਸ਼ੀ ਹੈਗੀ ਹੈ। ਛੋਟੇ ਪੁੱਤਰ ਨੇ ਗੁਰੂ ਹਰਿਰਾਏ ਸਾਹਿਬ ਜੀ।
ਤੇ ਮਹਾਰਾਜ ਜਿਹਦੇ ਤੇ ਤੁਹਾਡੀ ਖੁਸ਼ੀ ਹੋਵੇ ਉਹੀ ਸਭ ਤੋਂ ਵੱਡਾ ਹੁੰਦਾ। ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜੀ ਖੁਸ਼ੀ ਹੈ ਨਾ ਰੱਬ ਦੀ, ਇੱਥੇ ਉਮਰ ਦਾ ਨਹੀਂ ਸੰਬੰਧ ਹੈਗਾ ਜੀ, ਉਮਰ ਦਾ ਸੰਬੰਧ ਨਹੀਂ ਹੈਗਾ। ਭਾਵੇਂ ਖੁਸ਼ੀ ਨਾ ਹੋਵੇ ਤੇ ਬੁੱਢੇ ਤੇ ਵੀ ਨਾ ਹੋਵੇ ਰੱਬ ਦੀ, ਤੇ ਜੇ ਹੋਵੇ ਤੇ ਜੰਮਦੇ ਬੱਚੇ ਤੇ ਵੀ ਹੋ ਜਾਏ ਜੀ। ਇਸ ਕਰਕੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਰਹਿਣਾ ਚਾਹੀਦਾ। ਇਹ ਸੱਚੇ ਪਾਤਸ਼ਾਹ ਮਹਾਰਾਜ ਇਹੋ ਜਿਹੇ ਵੀ ਹੈਗੇ, ਤੁਹਾਡੇ ਹੈਗੇ, ਸਾਨੂੰ ਖੁਸ਼ੀਆਂ ਬਖਸ਼ਿਸ਼ ਕਰੋ, ਮਿਹਰ ਬਖਸ਼ਿਸ਼ ਕਰੋ। ਮਿਹਰ ਦਾ ਅਰਥ ਖੁਸ਼ੀ ਹੈ ਜੀ। ਬਾਬਾ ਭਾਨਾ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਖੁਸ਼ੀ ਛੋਟੇ ਪੁੱਤਰ ਹਰ ਰਾਏ ਜੀ ਦੇ ਉੱਤੇ ਹੈ। ਮਹਾਰਾਜ ਕਹਿੰਦੇ ਹਾਂ, ਇਹ ਕਿਸੇ ਦੇ ਵੱਸ ਨਹੀਂ ਹੈਗਾ। ਬਾਬੇ ਗੁਰਦਿੱਤੇ ਦੀ ਪੱਗ ਜਿਹੜੀ ਹੈ ਉਹ ਛੋਟੇ ਪੁੱਤ ਨੂੰ ਬੰਨ੍ਹ ਦਿਓ। ਸੋ ਦੀਵਾਨ ਲੱਗਾ ਸ਼ਾਮਾਂ ਨੂੰ, ਬੜੀਆਂ ਸੰਗਤਾਂ ਆਈਆਂ ਤੇ ਸਾਰੇ ਦੀਵਾਨ ਦੇ ਵਿੱਚ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰ ਰਾਏ ਸਾਹਿਬ ਜੀ ਨੂੰ, ਜਿਨ੍ਹਾਂ ਨੂੰ ਬਾਅਦ ਵਿੱਚ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਕਿਹਾ ਜਾਂਦਾ ਜੀ, ਆਪਣੇ ਨਾਲ ਆਪਣੇ ਤਖਤ ਤੇ ਬਿਠਾਇਆ ਤੇ ਬਾਬੇ ਭਾਨੇ ਨੇ ਪੱਗ ਬੰਨੀ ਦੀ, ਫਿਰ ਦੀ ਪੱਗ ਬੰਨੀ, ਦਸਤਾਰ ਸਜਾਈ। ਉਹ ਪ੍ਰਸੰਗ ਕੱਲ ਤੁਸੀਂ ਸੁਣਿਆ। ਗੁਰੂ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਕਿ ਹੁਣ ਬੈਰਾਗ ਛੱਡ ਦਿਓ, ਬੈਰਾਗ ਨਹੀਂ ਕਰਨਾ। ਬਾਬੇ ਗੁਰਦਿੱਤਾ ਜੀ ਦੀ ਪੱਗ ਹਰ ਰਾਏ ਜੀ ਨੂੰ ਵੱਧ ਚੁੱਕੀ ਹੈ ਤੇ ਹਰ ਰਾਏ ਜੀ ਹੁਣ ਬਾਬਾ ਗੁਰਦਿੱਤਾ ਜੀ ਦਾ ਰੂਪ ਨੇ। ਹਾਂਜੀ, ਤੇ ਫਿਰ ਵੇਖ ਲਿਓ ਕਮਾਈ ਵਾਲੇ ਸਿੱਖ ਬੈਠੇ ਸੀਗੇ ਜੀ, ਚੇਤਾ ਰੱਖਿਓ। ਸੰਗਤ ਵਿੱਚ ਬੜੀ ਬੜੇ ਕਮਾਈ ਵਾਲੇ ਸਰੀਰ ਬੈਠੇ ਹੁੰਦੇ ਆ। ਇੱਥੇ ਨਰਸਰੀ ਦੇ ਵੀ ਬੈਠੇ ਹੁੰਦੇ ਆ, ਇੱਥੇ PhD ਕਰਨ ਵਾਲੇ ਵੀ ਬੈਠੇ ਹੁੰਦੇ ਆ ਜੀ। ਇੱਥੇ ਉਹ ਵੀ ਸਰੀਰ ਬੈਠੇ ਹੁੰਦੇ ਜਿਹੜੇ ਦਿਹਾੜੀ 'ਚ ਇੱਕ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ। ਇੱਥੇ ਉਹ ਵੀ ਸਰੀਰ ਬੈਠੇ ਹੁੰਦੇ ਜਿਹੜੇ 100 ਜਪਜੀ ਸਾਹਿਬ ਦਾ ਪਾਠ ਕਰਦੇ ਆ ਜੀ। ਤੇ ਜਿੰਨੀ ਜਿਹਦੀ ਕਮਾਈ ਵੱਧ ਹੈ ਉਹਨਾਂ ਸਾਧ ਸੰਗਤ ਜੀ ਉਹਦਾ ਗਿਆਨ ਵੱਧ ਹੋਏਗਾ ਜੀ। ਜਿਹੜੇ ਕਮਾਈ ਵਾਲੇ ਪੁਰਸ਼ ਬੈਠੇ ਸੀ ਨਾ ਜੀ, ਉਹਨਾਂ ਆਉਣ ਵਾਲਾ ਸਮਾਂ ਵੇਖ ਲਿਆ ਵੀ ਅੱਜ ਤੇ ਇਹਨਾਂ ਨੂੰ ਪਿਤਾ ਜੀ ਦੀ ਪੱਗ ਵੱਜੀ ਹੈ, ਇੱਕ ਸਮਾਂ ਆਏਗਾ ਗੁਰਤਾ ਗੱਦੀ ਦੀ ਪੱਗ ਵੀ ਇਹਨਾਂ ਨੂੰ ਵੱਜੇਗੀ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਪਤਾ ਲੱਗ ਜਾਂਦਾ ਜੀ, ਕਮਾਈ ਵਾਲੇ ਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿਣ ਲੱਗੇ ਵੀ ਹੁਣ ਮਾਹੌਲ ਬਦਲ ਦਿਓ। ਕਹਿਣ ਦੀ ਦੇਰ ਸੀਗੀ, ਇੱਕਦਮ ਸਾਰਿਆਂ ਦੇ ਮਨ 'ਚ ਖੁਸ਼ੀਆਂ ਛਾ ਗਈਆਂ ਜੀ, ਖੁਸ਼ੀਆਂ ਛਾ ਗਈਆਂ। ਮਹਾਰਾਜ ਕਹਿਣ ਲੱਗੇ ਬਾਬੇ ਗੁਰਦਿੱਤਾ ਜੀ ਦਾ ਮਨਾ ਲਿਆ ਸਮਾਗਮ, ਹੁਣ ਖੁਸ਼ ਹੋ ਜਾਓ ਸਾਰੇ। ਤੇ ਚੇਤਾ ਰੱਖਿਓ ਸੰਸਾਰ ਦਾ ਮਨ ਸਤਿਗੁਰੂ ਜੀ ਦੀ ਮੁੱਠ ਵਿੱਚ ਹੈਗਾ ਜੀ, ਮੁੱਠ ਵਿੱਚ ਹੈਗਾ। ਜਿਹਨੂੰ ਮਰਜ਼ੀ ਖੁਸ਼ ਕਰ ਦੇਣ ਤੇ ਜਿਹਨੂੰ ਮਰਜ਼ੀ ਨਾਰਾਜ਼ ਕਰ ਲੈਣ ਜੀ। ਹਾਂਜੀ, ਮਹਾਰਾਜ ਦੇ ਮੁੱਠ 'ਚ ਹੈਗਾ ਜੀ। ਜਦੋਂ ਮਹਾਰਾਜ ਨੇ ਕਿਹਾ ਨਾ ਹੁਣ ਖੁਸ਼ੀਆਂ ਨੇ, ਇੱਕਦਮ ਸਾਰੀ ਸੰਗਤ ਦੇ ਮਨ ਦਾ ਮਾਹੌਲ ਹੀ ਬਦਲ ਗਿਆ ਜੀ, ਮਾਹੌਲ ਬਦਲ ਗਿਆ। ਸਾਰੀ ਸੰਗਤ ਖੁਸ਼ ਹੋ ਗਈ ਜੀ। ਇੱਥੋਂ ਤੱਕ ਤੁਸੀਂ ਕਥਾ ਸੁਣੀ ਸੀ। ਹੁਣ ਅੱਗੋਂ ਆਪਾਂ ਗੁਰੂ ਘਰ ਦਾ ਇਤਿਹਾਸ ਸੁਣਨਾ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਿਕ ਦਿਵਸ ਬਿਤਾਏ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕੀਰਤਪੁਰ ਸਾਹਿਬ ਵਿੱਚ ਮਹਾਰਾਜ ਨੇ ਕਈ ਦਿਨ ਜਿਹੜੇ ਹਨ ਉਹ ਸਫਲੇ ਕੀਤੇ। ਸਭਾ ਲਗਾਏ ਬਿਰਾਜ ਹੀ ਗਾਵੇਂ ਸ਼ਬਦ ਸੁਨਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਸਭਾ ਸਜਾ ਕੇ ਬੈਠੇ ਹਨ ਤੇ ਮਹਾਰਾਜ ਗਰੀਬ ਨਵਾਜ ਜੀ ਸਤਿਗੁਰੂ ਜੀ ਹਮੇਸ਼ਾ ਗੁਰਬਾਣੀ ਦਾ ਕੀਰਤਨ ਕਰਾਉਂਦੇ ਹਨ। ਹਾਂਜੀ। ਚੌਪਈ। ਕੇਤਿਕ ਸੰਗਤ ਲੀਏ ਮਸੰਦ ਕਰ ਕਰ ਬੰਧਨ ਜੁਗ ਅਰਬੰਦ। ਬਹੁਤ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆ ਰਹੀਆਂ ਹਨ, ਮਸੰਦ ਆ ਰਹੇ ਹਨ।
ਨਾਲ ਆਪਣੇ ਸੰਗਤਾਂ ਨੂੰ ਲੈ ਕੇ ਆ ਰਹੇ ਹਨ। ਦੋਵੇਂ ਹੱਥ ਜੋੜ ਕੇ ਮੱਥਾ ਟੇਕਦੇ ਹਨ ਮਹਾਰਾਜ ਨੂੰ। ਹਾਂਜੀ। ਹੁਕਮ ਪਾਏ ਨਿਜ ਸਦਨ ਸਿਧਾਰੇ, ਜਹਾਂ ਕਹਾਂ ਗੁਰ ਸੁਜਸ ਉਚਾਰੇ। ਮਹਾਰਾਜ ਫਿਰ ਜਦੋਂ ਛੁੱਟੀ ਦਿੰਦੇ ਉਦੋਂ ਜਾਂਦੇ ਜੀ ਸਾਰੇ ਜੀ। ਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲੈਂਦਾ ਨਾ ਜੀ, ਉਹ ਖੁਸ਼ੀ ਇੰਨਾ ਹੋ ਜਾਂਦਾ, ਜਿੱਥੇ ਕਿੱਥੇ ਨਹੀਂ ਜਾ ਕੇ ਮਹਾਰਾਜ ਦਾ ਜਸ ਹੀ ਕਰਦੇ ਜੀ, ਸਿਫਤ ਕਰਦੇ ਜੀ। ਹਾਂਜੀ। ਕੇਤਿਕ ਸਤਿਗੁਰ ਕੇ ਢਿਗ ਰਹੇ। ਕਈ ਤੇ ਫਿਰ ਮਹਾਰਾਜ ਦੇ ਕੋਲ ਹੀ ਰਹਿ ਪੈਂਦੇ ਜੀ, ਕਿਉਂ ਬੜੀ ਬੜੀ ਦੂਰੋਂ ਆਉਂਦੇ ਆ ਨਾ ਜੀ, ਤੇ ਛੇਤੀ ਫਿਰ ਵਾਪਸ ਨਹੀਂ ਜਾਇਆ ਜਾਣਾ। ਇਸ ਕਰਕੇ ਉਹ ਸਤਿਗੁਰੂ ਜੀ ਦੇ ਕੋਲ ਹੀ ਰਹਿੰਦੇ ਹਨ। ਦੀਪਮਾਲ ਕੋ ਮੇਲਾ ਲਹੇ। ਤੇ ਪਤਾ ਕਿਉਂ ਜੀ, 2 ਮੇਲੇ ਗੁਰੂ ਘਰ ਚ ਲੱਗਦੇ ਸਨ, ਦੀਵਾਲੀ ਦਾ ਤੇ ਵਿਸਾਖੀ ਦਾ ਜੀ। ਕਈ ਕਹਿੰਦੇ ਫਿਰ ਦੀਵਾਲੀ ਦਾ ਮੇਲਾ ਵੇਖ ਕੇ ਹੀ ਜਾਵਾਂਗੇ। ਹਾਂਜੀ। ਥੋੜੇ ਦਿਵਸ ਅਹੈਂ ਤਿਸ ਮਾਹੇ। ਥੋੜੇ ਦਿਨ ਰਹਿ ਗਏ ਆ ਤੇ ਦੀਵਾਲੀ ਦਾ ਮੇਲਾ ਵੇਖ ਕੇ ਜਾਵਾਂਗੇ। ਸੋ ਕਰ ਕੈ ਨਿਜ ਘਰ ਕੋ ਜਾਹੇ। ਮੇਲਾ ਵੇਖ ਕੇ ਖੁਸ਼ੀਆਂ ਲੈ ਕੇ ਫੇਰ ਆਪਣੇ ਘਰਾਂ ਨੂੰ ਜਾਵਾਂਗੇ। ਕਬ ਕਬ ਸਤਿਗੁਰ ਚੜ੍ਹੇ ਤੁਰੰਗ। ਕਦੀ ਕਦੀ ਫਿਰ 6ਵੇਂ ਪਾਤਸ਼ਾਹ ਮਹਾਰਾਜ ਘੋੜੇ ਤੇ ਚੜ੍ਹਦੇ। ਦੇਖੈ ਸਤ ਦਰਵ ਤੀਰ ਤੁਰੰਗ। ਪਰ ਹੁਣ ਮਹਾਰਾਜ ਸ਼ਿਕਾਰ ਖੇਡਣ ਨਹੀਂ ਜਾਂਦੇ ਜੀ। ਪਹਿਲਾਂ ਜਿਨ੍ਹਾਂ ਨੇ ਲੜੀਵਾਰ ਕਥਾ ਸੁਣਦੇ, ਉਹ ਸੁਣਦੇ ਆ ਰਹੇ ਵੀ ਮਹਾਰਾਜ ਰੋਜ਼ ਸ਼ਿਕਾਰ ਤੇ ਜਾਂਦੇ ਹੁੰਦੇ ਸੀਗੇ ਜੀ। ਹਰ ਰੋਜ਼ ਸ਼ਿਕਾਰ ਖੇਡਣ ਜਾਣਾ। ਪਰ ਹੁਣ ਮਹਾਰਾਜ ਨੇ ਚੌਥਾ ਜੰਗ ਕਰਕੇ ਨਾ ਜੀ ਸ਼ਸਤਰ ਛੱਡ ਦਿੱਤੇ ਜੀ। ਹੁਣ ਮਹਾਰਾਜ ਘੋੜੇ ਤੇ ਚੜ੍ਹਦੇ ਆ ਤੇ ਸਤਲੁਜ ਦਰਿਆ ਨੂੰ ਵੇਖਣ ਜਾਂਦੇ ਆ ਜੀ। ਹਾਂਜੀ। ਮੰਦ ਮੰਦ ਹਾਏ ਪੰਥ ਚਲਾਵੈ। ਬੜੇ ਸਹਿਜੇ ਸਹਿਜੇ ਘੋੜੇ ਨੂੰ ਚਲਾਉਂਦੇ ਆ ਜੀ। ਕੁਲ ਹੈ ਕੂਲ ਬਿਲੋਕਤ ਜਾਵੈ। ਤੇ ਕਿਨਾਰੇ ਕਿਨਾਰੇ ਨੂੰ ਵੇਖਦੇ ਜਾਂਦੇ ਜੀ। ਤੇ ਕੋਈ ਵੀ ਵੇਖੇ ਨਾ ਜੀ ਦਰਿਆ ਦਾ ਕਿਨਾਰਾ, ਉਹਨਾਂ ਦਾ ਮਨ ਕਰਦਾ ਵੀ ਵੇਖੀ ਜਾਈਏ ਜੀ। ਮਹਾਰਾਜ ਘੋੜੇ ਤੇ ਸੱਜਦੇ ਆ। ਘੋੜਾ ਗੁਰੂ ਜੀ ਦਾ ਬੜਾ ਸਿਆਣਾ ਜੀ, ਸਹਿਜੇ ਸਹਿਜੇ ਪੈਰ ਰੱਖਦਾ ਜੀ। ਮਹਾਰਾਜ ਦਰਿਆ ਦਾ ਕਿਨਾਰਾ ਵੇਖਦੇ ਆ ਜੀ। ਨੇਤਰ ਤੁੰਗ ਕੇ ਸੈਲਨ ਤਰੇ। ਸੈਲ ਕਰਤ ਸੁੰਦਰ ਥਲ ਫਿਰੇ। ਨੈਣਾ ਵਾਹਿਗੁਰੂ ਮਹਾਰਾਜ ਗਰੀਬ ਨਾਲ ਕਈ ਵਾਰੀ ਨੈਣਾ ਦੇਵੀ ਦਾ ਜਿਹੜਾ ਟਿੱਲਾ ਨਾ ਜੀ ਆਨੰਦਪੁਰ ਸਾਹਿਬ, ਉਸ ਪਾਸੇ ਵੀ ਜਾਂਦੇ ਜੀ, ਸੈਰ ਕਰਦੇ ਹਨ, ਪਹਾੜ ਨੂੰ ਵੇਖਦੇ ਹਨ ਮਹਾਰਾਜ। ਅਲਪ ਉਤੰਗਨ ਥਲ ਕੋ ਹੀਰੈ। ਉੱਚੇ ਨੀਵੇਂ ਸਥਾਨਾਂ ਨੂੰ ਮਹਾਰਾਜ ਦੇਖਦੇ ਹਨ। ਕਬਹੂ ਕੰਦਰਾ ਮੈਂ ਹੈ ਪ੍ਰੇਰੈ। ਤੇ ਕਦੀ ਫਿਰ ਘੋੜੇ ਨੂੰ ਪ੍ਰੇਰ ਕੇ ਤੇ ਖੱਡਾਂ ਵਿੱਚ ਵੀ ਲੈ ਜਾਂਦੇ ਆ ਜੀ। ਆਖੋ ਵਾਹਿਗੁਰੂ। ਵਾਹ। ਇਹ ਤਰੀਕਾ ਹੁੰਦਾ ਸਾਧ ਸੰਗਤ ਜੀ। ਹੁਣ ਪਹਾੜ ਤੇ ਚੜ੍ਹਨਾ ਤੇ ਹਰ ਕੋਈ ਚੜ੍ਹ ਲੈਂਦਾ, ਤੇ ਖੱਡ 'ਚ ਨਹੀਂ ਹਰ ਕੋਈ ਜਾ ਸਕਦਾ ਜੀ। ਕਿੰਨੀਆਂ ਕਿੰਨੀਆਂ ਡੂੰਘੀਆਂ ਖੱਡਾਂ ਹੁੰਦੀਆਂ ਜੀ। ਹਾਂਜੀ। ਤੇ ਹੁੰਦਾ ਤੇ ਖੱਡਾਂ 'ਚ ਵੀ ਬਹੁਤ ਕੁਝ ਹੈ, ਪਰ ਕੋਈ ਬੰਦਾ ਜਾਂਦਾ ਨਹੀਂ ਉਸ ਪਾਸੇ ਜੀ। ਮਹਾਰਾਜ ਫਿਰ ਕਈ ਵਾਰੀ ਤੇ ਘੋੜਾ ਉੱਪਰ ਪਹਾੜਾਂ 'ਚ ਲੈ ਜਾਂਦੇ ਸੀ ਨਾ ਜੀ, ਤੇ ਕਈ ਵਾਰੀ ਘੋੜਾ ਖੱਡਾਂ ਵਿੱਚ ਲੈ ਜਾਂਦੇ ਸਨ ਮਹਾਰਾਜ। ਹਾਂਜੀ। ਕਹਿ ਭਾਨੇ ਕਹੋ ਸੰਗ ਚੜਾਵੇ। ਤੇ ਨਾਲ ਮਹਾਰਾਜ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਬਾਬਾ ਜੀ ਬਾਬਾ ਭਾਨਾ ਜੀ ਨੂੰ ਆਪਣੇ ਨਾਲ ਰੱਖਦੇ ਵੀ ਤੁਸੀਂ ਸਾਡੇ ਨਾਲ ਰਹਿਣਾ ਹੈ। ਚੜ੍ਹੈ ਜੋਧ ਆਨੰਦ ਉਪਾਵੈ। ਹਰਾਏ ਜੋਧ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਂਦਾ। ਕਦੀ ਮਹਾਰਾਜ ਨੈਣਾ ਦੇਵੀ ਵਾਲੇ ਪਾਸੇ ਜਾਂਦੇ, ਕਦੀ ਮਹਾਰਾਜ ਹੋਰ ਪਾਸੇ ਚਲੇ ਜਾਂਦੇ, ਪਹਾੜਾਂ ਦੀਆਂ ਸੈਰਾਂ ਕਰਦੇ। ਕਿਤ ਬੈਸੈ ਥਲ ਨੀ ਕੋ ਜਾਨ। ਤੇ ਜੇ ਕਿਤੇ ਮਹਾਰਾਜ ਨੂੰ ਕੋਈ ਜਗ੍ਹਾ ਚੰਗੀ ਲੱਗਣੀ, ਸਥਾਨ ਚੰਗਾ ਲੱਗਣਾ, ਉੱਥੇ ਮਹਾਰਾਜ ਨੇ ਆਸਣ ਲਾ ਕੇ ਬੈਠ ਵੀ ਜਾਣਾ, ਸੱਜ ਵੀ ਜਾਣਾ। ਲਗ ਹੈ ਸਭਨ ਕੋ ਤਹਾਂ ਦੀਵਾਨ। ਉੱਥੇ ਫਿਰ ਬਾਣੀ ਪੜ੍ਹਨੀ ਤੇ ਉੱਥੇ ਹੀ ਦੀਵਾਨ ਲਾਉਣਾ ਜੀ, ਉੱਥੇ ਦੀਵਾਨ ਸੱਜਣਾ। ਹਾਂਜੀ। ਵਿਧੀ ਚੰਦ ਬਹੁਕਾਰ ਸੰਭਾਰੀ। ਗੁਰੂ ਸਦਨ ਕੀ ਠਾਨ ਹੈ ਸਾਰੀ। ਤੇ ਬਾਬਾ ਵਿਧੀ ਚੰਦ ਜੀ ਗੁਰੂ ਘਰ ਦਾ ਸਾਰਾ ਕੰਮ ਵੇਖਦੇ ਵੀ ਕੀ ਲਿਆਉਣ ਵਾਲਾ ਹੈ, ਕੀ ਕਰਨ ਵਾਲਾ ਹੈ। ਇਹ ਕੰਮ ਬਾਬਾ ਵਿਧੀ ਚੰਦ ਜੀ ਦਾ ਹੁੰਦਾ ਸੀਗਾ ਜੀ। ਹਾਂਜੀ। ਦਿਨ ਪ੍ਰਤ ਦੇਗ ਹੋਇ ਅਧਿਕਾਈ। ਹਰ ਰੋਜ਼ ਬੜਾ ਵੱਡਾ ਲੰਗਰ ਲੱਗਦਾ ਜੀ, ਬੜੀਆਂ ਸੰਗਤਾਂ ਆਉਂਦੀਆਂ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਖੂਬ ਲੰਗਰ ਵਰਤਦਾ। ਸਿੱਖ ਸੰਗਤ ਅਚਵੈ ਸਮੁਦਾਈ। ਗੁਰੂ ਦੀਆਂ ਸੰਗਤਾਂ ਬਹੁਤ ਖੁਸ਼ੀ ਨਾਲ ਲੰਗਰ ਛਕਦੀਆਂ। ਤੇ ਲੰਗਰ ਵੀ ਅੱਜ ਵਰਗਾ ਨਹੀਂ ਸੀ ਹੁੰਦਾ ਜੀ। ਬਾਣੀ ਪੜ੍ਹ ਕੇ ਗੁਰੂ ਕੇ ਪਿਆਰੇ ਤਿਆਰ ਕਰਦੇ ਤੇ ਲੰਗਰ ਛਕਣ ਵਾਲਿਆਂ ਦੇ ਮਨ ਸ਼ਾਂਤ ਹੁੰਦੇ ਸੀਗੇ ਜੀ।
ਆਵਹਿ ਜਾਏ ਸਮੂਹ ਹਮੇਸ਼। ਲੋਕ ਆਉਂਦੇ ਸਨ, ਜਾਂਦੇ ਸਨ, ਰੌਣਕ ਲੱਗੀ ਰਹਿੰਦੀ ਸੀਗੀ ਜੀ। ਤ੍ਰਿਪਤ ਹੈ ਭੋਜਨ ਦੇਗ ਅਸ਼ੇਸ਼। ਮਹਾਰਾਜ ਨੇ ਕਿਹਾ ਸੀ ਵੀ ਲੰਗਰ ਸਭ ਨੂੰ ਛਕਾਉਣਾ ਜੀ। ਬੜਾ ਵੱਡਾ ਲੰਗਰ ਦਾ ਪਹਿਰਾ ਗੁਰੂ ਜੀ ਨੇ ਚਲਾਇਆ ਜੀ। ਨਾਨਾ ਭਾਂਤ ਬਨਹਿ ਰਸ ਸਵਾਦ। ਪਰ ਇੱਕ ਗੱਲ 'ਚ ਵੀ ਦਾਲ ਨਹੀਂ ਸੀ ਪੱਕੀ ਬਣਦੀ ਜੀ। ਆਖੋ ਵਾਹਿਗੁਰੂ। ਅੱਜ ਤੇ ਪ੍ਰਧਾਨ ਕਰਦਾ ਵੀ ਬਸ ਦਾਲ ਹੀ ਵਰਤੇਗੀ ਜੀ। ਤੁਸੀਂ ਸੁਣ ਰਹੇ ਤੇ ਨਾਨਾ ਭਾਂਤ ਬਨਹਿ ਰਸ ਸਵਾਦ। ਬੜੇ ਤਰੀਕਿਆਂ ਦੇ ਮਹਾਰਾਜ ਲੰਗਰ ਬਣਵਾਉਂਦੇ, ਸਬਜੇ ਬਣਵਾਉਂਦੇ। ਹਾਂਜੀ, ਮਿਲਹਿ ਸੰਤ ਸਿੱਖ ਬਨ ਸੰਪਾਦ। ਇਹ ਸੰਤ ਸਿੱਖ ਆਉਂਦੇ ਮਹਾਰਾਜ ਕੋਲ, ਬੜੇ ਬੜੇ ਜੁੜੇ ਹੋਏ ਸਿੱਖ ਆਉਂਦੇ, ਬੜੀ ਬੜੀ ਕਮਾਈ ਵਾਲੇ ਸਿੱਖ ਆਉਂਦੇ। ਉਹ ਸੰਵਾਦ ਵੀ ਕਰਦੇ ਮਹਾਰਾਜ ਨਾਲ, ਗੱਲਬਾਤ ਵੀ ਕਰਦੇ ਜੀ। ਹਾਂਜੀ, ਸਤਿਗੁਰ ਸਭਾ ਲਗਾਵਹਿ ਜਬ ਹੂੰ। ਜਦੋਂ ਮਹਾਰਾਜ ਗਰੀਬ ਨਵਾਜ ਦੀਵਾਨ ਸਜਾਉਂਦੇ ਨਾ ਜੀ। ਹਾਂਜੀ, ਦਰਸ ਹੈ ਲਘੂ ਦੀਰਘ ਮਿਲ ਸਭ ਹੂੰ। ਸਭ ਛੋਟੇ ਵੱਡੇ ਬੁੱਢੇ ਜਵਾਨ ਸਾਰੇ ਆ ਕੇ ਮਹਾਰਾਜ ਦੇ ਦਰਸ਼ਨ ਕਰਦੇ। ਹਾਥ ਜੋਰ ਗੁਰਮੁਖ ਤੇ ਬੈਨ। ਸੁਨਹਿ ਭਗਤ ਆਤਮ ਰਸ ਐਨ। ਹੱਥ ਜੋੜ ਕੇ ਸਾਰੇ ਮਹਾਰਾਜ ਦੇ ਮੁਖੋਂ ਬਚਨ ਸੁਣਦੇ ਜੀ। ਤੇ ਗੁਰੂ ਸਾਹਿਬ ਭਗਤੀ ਵਾਲੇ ਬਚਨ ਕਰਦੇ, ਗਿਆਨ ਵਾਲੇ ਬਚਨ ਕਰਦੇ, ਆਤਮ ਰਸ ਦੇ ਨਾਲ ਭਰਪੂਰ ਬਚਨ ਕਰਦੇ ਸੱਚੇ ਪਾਤਸ਼ਾਹ। ਗੁਰਮਤ ਕੋ ਪ੍ਰਾਪਤ ਗਨ ਹੋਏ। ਜਿਹੜਾ ਜਿਹੜਾ ਫਿਰ ਮਹਾਰਾਜ ਜੀ ਦੇ ਮੁਖੋਂ ਬਚਨ ਸੁਣਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਫਿਰ ਗੁਰਮਤ ਕੋ ਪ੍ਰਾਪਤ ਗਨ ਹੋਏ। ਉਹ ਫਿਰ ਗੁਰੂ ਦੀ ਮੱਤ ਦਾ ਧਾਰਨੀ ਬਣ ਜਾਂਦਾ ਜੀ। ਗੁਰੂ ਦੀ ਮੱਤ ਕੀ ਹੈ? ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ। ਮੁਖ ਵਿੱਚ ਨਾਮ, ਪਰਮੇਸ਼ਰ ਦਾ ਨਾਮ ਰਹਿਣਾ। ਮੁਖ 'ਚ ਨਾਮ, ਹਿਰਦੇ 'ਚ ਗਿਆਨ ਤੇ ਮੋਹ ਰਹਿਤ ਜੀਵਨ ਹੈ ਜੀ। ਬੜੀ ਵੱਡੀ ਕਮਾਈ ਹੈ ਜੀ ਇਹ। ਮੁਖ 'ਚ ਵਾਹਿਗੁਰੂ ਦਾ ਨਾਮ, ਹਿਰਦੇ 'ਚ ਇਹ ਧਿਆਨ ਰੱਖਣਾ, ਇਹ ਗਿਆਨ ਰੱਖਣਾ ਕਿ ਸਭ ਕੁਝ ਵਾਹਿਗੁਰੂ ਜੀ ਦਾ ਜੀ। ਤੇ ਕਿਸੇ ਚੀਜ਼ ਨਾਲ ਪਕੜ ਨਹੀਂ ਰੱਖਣੀ ਜੀ। ਹਾਏ ਮੇਰੀ ਚੀਜ਼, ਹਾਏ ਮੇਰਾ ਇੰਝ ਹੋ ਗਿਆ, ਹਾਏ ਮੇਰਾ ਉਂਝ ਹੋ ਗਿਆ, ਨਹੀਂ, ਪਕੜ ਨਹੀਂ ਰੱਖਣੀ। ਇਹਨੂੰ ਕਹਿੰਦੇ ਗੁਰਮਤ। ਤੇ ਜਿਹੜਾ ਮਹਾਰਾਜ ਜੀ ਦੇ ਮੁਖੋਂ ਬਚਨ ਸੁਣਦਾ ਨਾ ਜੀ, ਉਹਦੇ ਅੰਦਰ ਇਹ ਗੱਲਾਂ ਆਪੇ ਹੀ ਟਿਕ ਜਾਂਦੀਆਂ ਜੀ। ਹਾਂਜੀ, ਮਨ ਬਾਸ਼ਤ ਪੂਰਹਿ ਸਭ ਕੋਏ। ਜਿਹੜਾ ਮਹਾਰਾਜ ਜੀ ਦੇ ਦਰਸ਼ਨ ਕਰਦਾ, ਮਨ ਇੱਛੇ ਫਲ ਉਹਨੂੰ ਪ੍ਰਾਪਤ ਹੁੰਦੇ ਜੀ। ਦੀਪ ਮਾਲ ਦਿਨ ਨੇਰੇ ਜਾਨ। ਕਰਦਿਆਂ ਕਰਦਿਆਂ ਦੀਵਾਲੀ ਦਾ ਦਿਨ ਨੇੜੇ ਆ ਗਿਆ ਜੀ। ਹਾਂਜੀ, ਮੇਲਾ ਆਵਨ ਲੱਗਿਓ ਮਹਾਨ। ਬੜਾ ਵੱਡਾ ਮੇਲਾ ਆਉਣ ਲੱਗ ਪਿਆ ਜੀ। ਸੰਗਤਾਂ ਆਉਣ ਲੱਗ ਪਈਆਂ। ਕਿਉਂ? ਗੁਰੂ ਸਾਹਿਬ ਜਿੱਥੇ ਹੁੰਦੇ ਸੀਗੇ, ਦੀਵਾਲੀ ਉੱਥੇ ਬੜੀ ਭਾਵਨਾ ਨਾਲ ਮਨਾਈ ਜਾਂਦੀ ਸੀਗੀ ਜੀ। ਸਫਲ ਜਨਮ ਨਿਜ ਕਰ ਬੇਹੇਤ। ਲਏ ਉਪਾਇਨ ਤਜੇ ਨਿਕੇਤ। ਗੁਰੂ ਕੇ ਸਿੱਖ ਆਪਣਾ ਜਨਮ ਸਫਲਾ ਕਰਨ ਵਾਸਤੇ ਆਪਣੇ ਘਰੋਂ ਭੇਟਾਵਾਂ ਲੈ ਕੇ ਕੀਰਤਪੁਰ ਸਾਹਿਬ ਨੂੰ ਤੁਰ ਪਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਣਾ। ਹਾਂਜੀ, ਬਹੁ ਦਿਨ ਕੀ ਸੰਚੀ ਗੁਰਕਾਰ। ਕੇਤਕ ਲੈ ਪਹੁੰਚੇ ਦਰਬਾਰ। ਤੇ ਬੜੇ ਬੜੇ ਚਿਰ ਦੀ ਮਾਇਆ ਇਕੱਠੀ ਕੀਤੀ ਸੀ ਸਿੱਖਾਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਾਇਆ ਇਕੱਠੀ ਕੀਤੀ ਸੀਗੀ ਵੀ ਜਦੋਂ ਮਹਾਰਾਜ ਦੇ ਚਰਨਾਂ 'ਚ ਜਾਵਾਂਗੇ, ਗੁਰੂ ਸਾਹਿਬ ਨੂੰ ਰੱਖਾਂਗੇ। ਦਸਵੰਧ ਕੱਢਣਾ ਜਾਂ ਗੁਰੂ ਜੀ ਦੇ ਨਿਮਿਤ ਮਾਇਆ ਕੱਢਣੀ, ਇਹ ਗੁਰਸਿੱਖਾਂ ਦਾ ਬੜਾ ਹੀ ਨਿਯਮ ਸੀਗਾ ਜੀ। ਹਾਂਜੀ, ਗਾਵਤ ਸੁਨਤ ਸਿੱਖ ਗੁਰਬਾਣੀ। ਸਿੱਖ ਫਿਰ ਗੁਰਬਾਣੀ ਗਾਉਂਦੇ ਜੀ ਤੇ ਗੁਰਬਾਣੀ ਸੁਣਦੇ। ਜਿਹੜਾ ਧਿਆਨ, ਮੈਂ ਪਹਿਲਾਂ ਬੇਨਤੀ ਕੀਤੀ, ਧਿਆਨ ਨਾਲ ਗੁਰਬਾਣੀ ਦਾ ਪਾਠ ਕਰੇਗਾ, ਸੁਣੇਗਾ, ਵਿਚਾਰੇਗਾ, ਦੁਨੀਆ ਨਾਲੋਂ ਟੁੱਟ ਜਾਏਗਾ ਜੀ। ਉਹ ਜੀ ਉਹ ਰੱਬ ਨਾਲ ਹੀ ਜੁੜ ਜਾਏਗਾ ਜੀ। ਹਾਂਜੀ, ਮਗ ਮੈਂ ਚਲਤ ਬਿਕਾਰਨ ਹਾਨੀ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਬਾਣੀ ਪੜ੍ਹ ਰਹੇ ਨੇ ਜੀ। ਇਹ ਜੁਗਤ ਹੈਗੀ, ਮਰਿਆਦਾ ਹੈਗੀ। ਹਾਂਜੀ, ਇੱਥੋਂ ਹਜ਼ੂਰ ਸਾਹਿਬ ਜਾਣਾ, ਟ੍ਰੇਨ 'ਚ ਬੈਠਣਾ, ਤੇ ਜੋ ਜਹਾਨ ਦੀਆਂ ਗੱਪਾਂ ਨੇ ਸਾਰੀਆਂ ਰਸਤੇ 'ਚ ਕਰਨੀਆਂ। ਤੇ ਫਿਰ ਕਹਿਣਾ ਜੀ ਪਾਜਾਂ ਵਾਲੇ ਦੇ ਦਰਸ਼ਨ ਨਹੀਂ ਹੋਏ ਸਾਨੂੰ। ਕਿੱਥੋਂ ਹੋਣੇ ਤੁਹਾਨੂੰ ਦਰਸ਼ਨ? ਬਾਣੀ ਪੜ੍ਹਦੇ ਹੋਏ ਜਾਣਾ ਜੀ। ਕੋਸ਼ਿਸ਼ ਕਰਨੀ ਹੈ, ਬਾਣੀ ਪੜ੍ਹਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰੂ ਕੇ ਸਿੱਖ ਕੀਰਤਪੁਰ ਸਾਹਿਬ ਆ ਰਹੇ ਹਨ, ਰਸਤੇ ਵਿੱਚ ਬਾਣੀ ਪੜ੍ਹ ਰਹੇ ਹਨ।
ਹਾਂਜੀ, ਚਾਹੋਂ ਦਿਸ਼ ਤੇ ਉਮੜੇ ਨਰ ਨਾਰੀ। ਚਾਰੇ ਪਾਸਿਓਂ ਬੀਬੀਆਂ ਪੁਰਸ਼ ਮਾਨੋ ਉਮੜ ਕੇ ਹੀ ਆ ਗਏ ਜੀ। ਚੱਲ ਪਹੁੰਚੇ ਕਾਬਲ ਕੰਧਾਰੀ। ਇੱਥੋਂ ਤੱਕ ਵੀ ਕਾਬਲ ਤੋਂ, ਕੰਧਾਰ ਤੋਂ ਗੁਰੂ ਜੀ ਦੇ ਸਿੱਖ ਚੱਲ ਕੇ ਆਏ ਜੀ। ਬੜੀ ਬੜੀ ਸਿੱਖੀ ਹੈ ਕਾਬਲ ਕੰਧਾਰ ਵਿੱਚ ਜੀ। ਖੁਰਾਸਾਨ ਅਸ ਬਲਖ ਬੁਖਾਰਾ। ਪਿਛੇ ਜੇ ਦਾਸ ਭਾਈ ਵੀਰ ਸਿੰਘ ਜੀ ਦੀ ਇੱਕ ਪੁਸਤਕ ਪੜ੍ਹ ਰਿਹਾ ਤੇ ਕੰਧਾਰ ਦੇ ਇੱਕ ਸਿੱਖ ਦਾ ਜ਼ਿਕਰ ਆਇਆ ਜੀ। ਕੰਧਾਰ ਜਾਂ ਕਾਬਲ, ਇਹਨਾਂ ਦੋਵਾਂ ਦੇਸ਼ਾਂ ਚੋਂ ਇੱਕ ਸਿੱਖ ਦਾ ਜ਼ਿਕਰ ਸੀਗਾ। ਉਹਨੂੰ ਮਹਾਰਾਜ ਨੇ ਹੁਕਮ ਭੇਜਿਆ ਵੀ ਮਾਇਆ ਭੇਜ ਰਹੇ ਆ ਤੇ 2 ਘੋੜੇ ਵਧੀਆ ਲੈ ਕੇ ਤੇ ਭੇਜ, ਮਾਇਆ ਤੈਨੂੰ ਭੇਜ ਰਹੇ ਆ। ਆਖੋ ਵਾਹਿਗੁਰੂ। ਉਹ ਕਹਿੰਦਾ 7 ਵਚਨ। ਸਿੱਖ ਗਿਆ ਜੀ। ਉਸ ਸਿੱਖ ਦੇ ਘਰ ਪਹੁੰਚਿਆ। ਉਹਦਾ ਪੁੱਤ ਜਾਂਦਿਆਂ ਨੂੰ ਬਿਮਾਰ ਸੀਗਾ ਜੀ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਪੁੱਤ ਬਿਮਾਰ ਸੀ ਤੇ ਗੁਰੂ ਦੇ ਸਿੱਖ ਨੇ ਕਿਹਾ ਵੀ 6ਵੇਂ ਪਾਤਸ਼ਾਹ ਦਾ ਹੁਕਮ ਹੈ, ਆ ਪਈ ਆ ਮਾਇਆ ਤੇ ਤੈਨੂੰ ਘੋੜਿਆਂ ਦੀ ਸਮਝ ਹੈਗੀ ਹੈ ਤੇ 2 ਘੋੜੇ ਵਧੀਆ ਲੈ ਕੇ ਦੇ ਤੇ ਮੈਂ ਅੰਮ੍ਰਿਤਸਰ ਜਾਣਾ ਹੈ। ਸਿੱਖ ਕਹਿੰਦਾ 7 ਵਜੇ। ਉਹ ਘੋੜੇ ਲੱਭਣ ਚਲੇ ਗਿਆ। ਬਲਖ ਬੁਖਾਰੇ ਦੀ ਗੱਲ ਹੈ ਜੀ। ਬਲਖ 'ਚ ਸਿੱਖ ਰਹਿੰਦਾ ਸੀ, ਉਹ ਬਲਖ ਦੇਸ਼ ਵਿੱਚ ਜੀ। ਉਹ ਘੋੜੇ ਲੈਣ ਚਲੇ ਗਿਆ ਜੀ। ਅਜੇ ਥੋੜੀ ਅੱਗੇ ਤੁਰਿਆ, ਉਹਦੀ ਘਰ ਵਾਲੀ ਨੇ ਸੁਨੇਹਾ ਭੇਜਿਆ ਵੀ ਵਾਪਸ ਆ ਜਾ, ਪੁੱਤ ਸਾਡਾ ਬੜਾ ਬਿਮਾਰ ਹੈ। ਉਹਨੇ ਅੱਗੋਂ ਸੁਨੇਹਾ ਘਲਾਤਾ ਵੀ ਕਿਸੇ ਵੈਦ ਹਕੀਮ ਕੋਲੋਂ ਇਲਾਜ ਕਰਾ, ਹੁਣ ਮੈਂ ਪਿੱਛੇ ਨਹੀਂ ਮੁੜ ਸਕਦਾ, ਗੁਰੂ ਜੀ ਦਾ ਹੁਕਮ ਹੋ ਗਿਆ, ਹੁਣ ਮੈਂ ਪਿੱਛੇ ਨਹੀਂ ਮੁੜਨਾ। ਉਹ ਥੋੜੀ ਹੋਰ ਅੱਗੇ ਗਿਆ ਤੇ ਘਰ ਵਾਲੀ ਦਾ ਸੁਨੇਹਾ ਆਇਆ ਵੀ ਵਾਪਸ ਆ ਜਾਓ, ਪੁੱਤ ਚੜਾਈ ਕਰ ਗਿਆ। ਉਹ ਕਹਿੰਦਾ ਗੱਲ ਸੁਣ, ਜਿੰਨੇ ਚੜਾਈ ਕਰਨਾ ਹੀ ਕਰ ਗਿਆ। ਉਹ ਫਲਾਣੀ ਗੁੱਠ ਵਿੱਚ ਲੱਕੜਾਂ ਪਈਆਂ, ਪਿੰਡ ਵਾਲਿਆਂ ਨੂੰ ਨਾਲ ਲੈ ਕੇ ਉਹਨੂੰ ਕੁਛ ਸੰਸਕਾਰ ਕਰੇ ਤੇ ਗੁਰੂ ਸਾਹਿਬ ਜੀ ਦਾ ਹੁਕਮ ਹੈ ਘੋੜੇ ਖਰੀਦ ਕੇ ਦੇਣੇ ਆ। ਇਹ ਹੁਣ ਮੈਂ ਰੋਕ ਨਹੀਂ ਸਕਦਾ, ਮੈਂ ਗੁਰੂ ਜੀ ਦਾ ਹੁਕਮ ਮੰਨਣ ਚੱਲਾਂ ਜੀ। ਇੰਨੇ ਪੱਕੇ ਸਿੱਖ ਜੀ, ਪੱਕੇ ਸਿੱਖ ਜੀ। ਤੇ ਘੋੜੇ ਲੈ ਕੇ ਆਇਆ, ਸਿੱਖ ਨੂੰ ਫੜਾਏ। ਸਿੱਖ ਅੰਮ੍ਰਿਤਸਰ ਲੈ ਆਇਆ ਤੇ ਸਿੱਖ ਨੇ ਜਾ ਕੇ ਦੱਸਿਆ, ਮਹਾਰਾਜ ਜਿਹੜੇ ਸਿੱਖ ਕੋਲ ਭੇਜਿਆ ਉਹ ਬੜਾ ਵੱਡਾ ਸਿੱਖ ਜੇ ਤੁਹਾਡਾ। ਉਹਦਾ ਪੁੱਤ ਮੁੜ ਗਿਆ, ਪੁੱਤ ਮਰ ਗਿਆ, ਪਰ ਵਾਪਸ ਮੁੜ ਕੇ ਉਹ ਘਰ ਨਹੀਂ ਆਇਆ ਵੀ ਘੋੜੇ ਖਰੀਦਣੇ ਆ। ਗੁਰੂ ਸਾਹਿਬ ਇੰਨੇ ਖੁਸ਼ ਹੋਏ। ਮਹਾਰਾਜ ਅੰਮ੍ਰਿਤਸਰ ਬੈਠੇ, ਉਹ ਬੁਖਾਰੇ 'ਚ ਬੈਠਾ। ਮਹਾਰਾਜ ਨੇ ਉੱਥੇ ਹੀ ਉਹਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਜੀ, ਵੀ ਚੱਲ ਤੂੰ, ਤੇਰਾ ਤੇ ਜੀਵਨ ਸਫਲ ਨਾ ਜੀ। ਸੋ ਬੜੇ ਬੜੇ ਸੰਗਤ ਜੀ, ਇਹ ਮਹਾਨ ਸਿੱਖ ਨੇ ਜਿਨ੍ਹਾਂ ਨੇ ਜੀਵਨ ਕਮਾਏ ਆ ਆਪਣੇ। ਖੁਰਾਸਾਨ ਅਰ ਬਲਖ ਬੁਖਾਰਾ, ਖੁਰਾਸਾਨ ਤੋਂ ਸਿੱਖ ਆਏ। ਖੁਰਾਸਾਨ ਦਾ ਨਾਮ ਤੇ ਬਾਣੀ 'ਚ ਵੀ ਆਇਆ ਜੀ। ਖੁਰਾਸਾਨ ਤੋਂ ਆਏ, ਬਲਖ ਬੁਖਾਰੇ ਤੋਂ ਸਿੱਖ ਆਏ। ਧੰਨੀ ਘੇਪ ਪਿਸ਼ੌਰ ਉਦਾਰਾ। ਧੰਨੀ ਤੋਂ, ਘੇਪ ਪਿੰਡੀ, ਫਿਰ ਪਿਸ਼ੌਰ ਤੋਂ, ਇਹ ਸਾਰੇ ਇਲਾਕਿਆਂ ਦੇ ਨਾਮ ਨੇ ਜੀ। ਹਾਂਜੀ। ਪੁਰ ਮੁਲਤਾਨ ਆਦ ਕਸ਼ਮੀਰ। ਫਿਰ ਮੁਲਤਾਨ ਤੋਂ, ਕਸ਼ਮੀਰ ਤੋਂ, ਸਭ ਦੇਸ਼ਨ ਤੇ ਆਏ ਬਹੀਰ। ਸਾਰੇ ਦੇਸ਼ਾਂ ਚੋਂ ਸਿੱਖ ਇਕੱਠੇ ਹੋ ਗਏ ਤੇ ਮਹਾਰਾਜ ਜੀ ਦੇ ਚਰਨਾਂ 'ਚ ਕੀਰਤਪੁਰ ਸਾਹਿਬ ਆ ਗਏ। ਠੱਠਾ ਪੱਖਰਪੁਰ ਗੁਜਰਾਤ। ਇਧਰ ਦੂਜੇ ਪਾਸੇ ਠੱਠਾ ਪੱਖਰ ਗੁਜਰਾਤ। ਹਾਂਜੀ। ਦੱਖਣ ਪੂਰਬ ਜਸ ਅਵਦਾਤ। ਦੱਖਣ ਪੂਰਬ, ਇਹ ਸਾਰੇ ਇਲਾਕਿਆਂ ਚੋਂ ਦੀਵਾਲੀ ਮਨਾਉਣ ਵਾਸਤੇ ਸਿੱਖ ਕੀਰਤਪੁਰ ਸਾਹਿਬ ਆਏ ਜੀ। ਕਹਿਣ ਲੱਗ ਗਿਨੀਐ ਦੇਸ਼ ਵਿਦੇਸ਼। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਦੀਵਾਲੀ ਦਾ ਬਹੁਤ ਵੱਡਾ ਮੇਲਾ ਹੁੰਦਾ ਸੀ। ਮੈਂ ਦੱਸ ਨਹੀਂ ਸਕਦਾ ਵੀ ਕਿੰਨੇ ਕੁ ਦੇਸ਼ਾਂ ਤੋਂ ਲੋਕ ਆਏ। ਸੰਗਤ ਪਹੁੰਚੀ ਆਏ ਵਿਸ਼ੇਸ਼। ਵਿਸ਼ੇਸ਼ ਸੰਗਤ ਆਈ ਦੀਵਾਲੀ ਮਨਾਉਣ ਵਾਸਤੇ। ਦੀਪਮਾਲ ਕੋ ਦਿਨ ਜਬ ਆਇਓ। ਤੇ ਜਦੋਂ ਦੀਵਾਲੀ ਵਾਲਾ ਦਿਨ ਆਇਆ, ਕਹਿ ਸਤਿਗੁਰ ਬੜ ਫਰਸ਼ ਕਰਾਇਓ। ਮਹਾਰਾਜ ਕਹਿਣ ਲੱਗੇ ਫਰਸ਼ ਕਰੋ, ਵੱਡਾ ਵਿਛਾਈ ਕਰੋ। ਹਾਂਜੀ। ਨਿਕਸ ਵਹਿਰ ਗੁਰ ਸਭਾ ਲਗਾਈ। ਕੀਰਤਪੁਰ ਸਾਹਿਬ ਦੇ ਬਾਹਰ ਵਾਲੇ ਪਾਸੇ ਮਹਾਰਾਜ ਨੇ ਦੀਵਾਨ ਲਾਇਆ, ਕਿਉਂ ਇੰਨੀ ਸੰਗਤ ਤੇ ਸ਼ਹਿਰ ਚ ਆ ਹੀ ਨਹੀਂ ਸੀ ਸਕਦੀ ਜੀ।
ਜਿੰਨੀ ਸੰਗਤ ਆਈ ਜੀ। ਸੋ ਬਾਹਰ ਵਾਲੇ ਪਾਸੇ ਮਹਾਰਾਜ ਨੇ ਦੀਵਾਨ ਲਾਇਆ ਚਾਵਰ ਢਰਤ ਚਾਰੂ ਚਪਲਾਈ। ਤੇ ਗਰੀਬ ਨਵਾਜ ਮਹਾਰਾਜ ਸੱਜੇ ਚੌਰ ਬਰਦਾਰ ਸਿੱਖ ਬੜੇ ਪ੍ਰੇਮ ਨਾਲ ਚੌਰ ਸਭ ਕਰ ਰਹੇ ਹਨ। ਭਰਾਤ ਸਮੇਤ ਜੋਧ ਅਵਨੀਪ। ਰਾਏ ਜੋਧ ਆਪਣੇ ਭਰਾ ਸਲੇਮ ਸ਼ਾਹ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਚ ਆਇਆ ਜੀ। ਬੈਠਿਓ ਬੰਦਨ ਠਾਨ ਸਮੀਪ। ਮੱਥਾ ਟੇਕ ਕੇ ਸਤਿਗੁਰੂ ਜੀ ਦੇ ਚਰਨਾਂ ਚ ਬੈਠ ਗਿਆ। ਕੰਚਨ ਦੰਡ ਧਾਰ ਤਹ ਖਰੇ। ਸੋਨੇ ਦੀਆਂ ਚੋਭਾਂ ਲੈ ਕੇ ਸਿੱਖ ਮਹਾਰਾਜ ਜੀ ਦੇ ਸਾਹਮਣੇ ਖਲੋਤੇ। ਕਿੰਨਾ ਵੱਡਾ ਪ੍ਰਤਾਪ ਹੋਏਗਾ। ਇੰਨਾ ਵੱਡਾ ਪ੍ਰਤਾਪ ਤਾਂ ਸ਼ਾਹਜਹਾਂ ਦਾ ਨਹੀਂ ਸੀ ਹੈਗਾ ਜੀ। ਹਾਂਜੀ। ਪਾਟ ਨਕੀਬ ਗੁਰੂ ਜਸ ਕਰੇ। ਤੇ ਭੱਟ ਨਕੀਬ ਮਹਾਰਾਜ ਜੀ ਦਾ ਜਸ ਕਰ ਰਹੇ ਹਨ। ਸਕਲ ਦੇਸ਼ ਤੇ ਸੰਗਤ ਆਈ। ਸਾਰੇ ਦੇਸ਼ਾਂ ਦੇ ਵਿੱਚੋਂ, ਹਿੰਦੁਸਤਾਨ ਦੇ ਵਿੱਚੋਂ ਬਹੁਤ ਸਾਰੀ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੀ। ਅਨੇਕ ਉਪਾਇਨ ਅਦਭੁਤ ਲਿਆਈ। ਤੇ ਬੜੀਆਂ ਬੜੀਆਂ ਅਦਭੁਤ ਚੀਜ਼ਾਂ ਲੈ ਕੇ ਆਈਆਂ ਜੀ ਸੰਗਤਾਂ। ਬੜੀਆਂ ਬੜੀਆਂ ਮਹਿੰਗੀਆਂ ਚੀਜ਼ਾਂ ਮਹਾਰਾਜ ਵਾਸਤੇ ਲੈ ਕੇ ਆਏ। ਖਰੋ ਮੇਵਰੋ ਹਿਤ ਅਰਦਾਸ। ਮੇਵਰਾ ਸਿੱਖ ਅਰਦਾਸ ਵਾਸਤੇ ਸਤਿਗੁਰੂ ਜੀ ਦੇ ਹਜ਼ੂਰ ਖਲੋਤਾ ਜੀ। ਲੇਤ ਅਕੋਰਨ ਅਰਪਤ ਪਾਸ। ਉਪਹਾਰਾਂ ਲੈ ਕੇ ਨਾਮ ਲੈਂਦਾ ਮਹਾਰਾਜ ਫਲਾਣਾ ਸਿੱਖ ਆ ਵਸਤੂ ਭੇਟ ਕਰ ਰਿਹਾ। ਬੜੇ ਘੋੜੇ, ਸ਼ਸਤਰ, ਬਸਤਰ, ਜੋੜੇ, ਛਕਣ ਵਾਲੀਆਂ ਚੀਜ਼ਾਂ ਗੁਰੂ ਦੇ ਸਿੱਖ ਲੈ ਕੇ ਆਏ ਹਨ। ਦਰਬ ਬਿਭੂਖਨ ਬਸਤਰ ਅਜਾਇਬ। ਉਚਤ ਪਹਿਰਵੇ ਸਤਿਗੁਰ ਸਾਹਿਬ। ਗਹਿਣੇ ਮਾਇਆ ਖੁੱਲੀ ਮਹਾਰਾਜ ਜੀ ਦੇ ਚਰਨਾਂ 'ਚ ਆਈ। ਭੇਟਨ ਕੇ ਅੰਬਾਰ ਲਗਾਈ। ਮਤਲਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੰਨੇ ਜ਼ਿਆਦੀਆਂ ਭੇਟਾਵਾਂ ਆਈਆਂ ਵੀ ਉਹਦੇ ਢੇਰ ਲੱਗ ਗਏ ਜੀ। ਹਾਂਜੀ। ਲੱਗੇ ਸਕਲ ਵਸਤੂ ਮੁੱਲ ਭਾਰੀ। ਤੇ ਹੈ ਵੀ ਬੜੀਆਂ ਮਹਿੰਗੀਆਂ ਮਹਿੰਗੀਆਂ ਵਸਤੂਆਂ ਜੀ। ਸੁੰਦਰ ਪਰਮਾਨੰਦ ਢਿਗ ਹੇਰੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਅੰਸ਼ ਬੰਸ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਮਹਾਰਾਜ ਜੀ ਦੇ ਲਾਗੇ ਬੈਠੇ ਸਨ ਜੀ। ਚਿਤਵਤ ਵਧਿਓ ਪ੍ਰਤਾਪ ਵਧੇਰੇ। ਉਹ ਫਿਰ ਬੈਠੇ ਸੋਚਣ ਦੇ ਵੀ ਹੁਣ ਤੇ ਪ੍ਰਤਾਪ ਹੋਰ ਵੱਧ ਗਿਆ। ਆਖੋ ਹੁਣ ਪ੍ਰਤਾਪ ਮਹਾਰਾਜ ਦਾ ਬੜਾ ਵੱਧ ਗਿਆ। ਪੀਰੀ ਮੀਰੀ ਜੁਗਲ ਵਿਸਾਲਾ। ਵੇ ਮੇਰੀ ਤੇ ਪੀਰੀ ਦੋਵੇਂ ਹੀ ਵੱਧ ਗਈਆਂ ਹਨ। ਵਰਤੀ ਭਲੇ ਰਿਪੁਨ ਘਰ ਘਾਲਾ। ਇੰਨੇ ਵੈਰੀਆਂ ਨੂੰ ਮਾਰਿਆ ਤੇ ਸਮੇਂ ਦੀ ਸਰਕਾਰ ਨਾਲ ਟੱਕਰ ਲਈ। ਫਿਰ ਵੀ ਜੈ ਜੈਕਾਰ ਹੋ ਰਹੀ ਹੈ। ਸ੍ਰੀ ਅਰਜਨ ਸੁਤ ਜੋਧਾ ਬਲੀ। ਹਾਂਜੀ। ਜਗ ਬਿਸਤੀਰਤ ਕੀਰਤ ਭਲੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਡੇ ਯੋਧੇ ਹਨ। ਬੜਾ ਵੱਡਾ ਜਸ ਹੋ ਗਿਆ। ਬੜੀਆਂ ਸਿਫਤਾਂ ਹੋ ਰਹੀਆਂ ਹਨ। ਇਮ ਸਾਹਿਬਜ਼ਾਦੇ ਚਹੋਂ ਘਰ ਕੇ। ਕਰਹਿ ਵਿਚਾਰਨ ਗੁਰ ਸਤਿਗੁਰ ਕੇ। ਤੇ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਵਾਲੇ ਵੇਖ ਵੇਖ ਹੈਰਾਨ ਹੋਣ। ਇੰਨਾ ਵੱਡਾ ਪ੍ਰਤਾਪ, ਇੰਨਾ ਜ਼ਿਆਦਾ ਜਸ। ਹਾਂਜੀ। ਚਹੋਂ ਦਿਸ਼ ਮੈਂ ਦਰਸੈ ਨਰ ਨਾਰੀ। ਕਰ ਜੋਰਤ ਅਰ ਬੰਧਨ ਧਾਰੀ। ਹਾਂਜੀ। ਮਨੋ ਕਾਮਨਾ ਸਭ ਹਿਨ ਕਰੀ। ਅੰਤਰ ਜਾਮੀ ਪੁਰਹਿ ਕਨੇਰੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਆਈਆਂ। ਮਨੋ ਕਾਮਨਾਵਾਂ ਪੂਰੀਆਂ ਹੋਈਆਂ ਜੀ। ਸੋ ਮਹਾਰਾਜ ਕਿਰਪਾ ਕਰਨ। ਅੱਜ ਸਾਧ ਸੰਗਤ ਜੀ ਗੁਰੂ ਕੇ ਬਾਗ ਦੇ ਮੋਰਚੇ ਵਾਲਾ ਵੀ ਦਿਨ ਹੈ। ਗੁਰਸਿੱਖਾਂ ਨੇ ਗੁਰੂ ਧਾਮਾਂ ਦੀ ਸੇਵਾ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਜੀ। ਚੇਤਾ ਰੱਖਿਓ ਸਿੱਖ ਆਪਣੇ ਘਰ ਦੀ ਛੱਤ ਟੁੱਟੀ ਮਨਜ਼ੂਰ ਕਰ ਸਕਦਾ ਹੈ, ਪਰ ਸਿੱਖ ਕਦੀ ਗੁਰਦੁਆਰੇ ਦੀ ਛੱਤ ਟੁੱਟੀ ਨਹੀਂ ਮਨਜ਼ੂਰ ਕਰਦਾ ਜੀ। ਜਿਹੜਾ ਵਾਕਈ ਸਿੱਖ ਹੈ ਜੀ। ਗੁਰੂ ਰਾਮਦਾਸ ਜੀ ਦੇ ਜੀਵਨ ਚੋਂ ਸਾਨੂੰ ਗੁਣ ਮਿਲਿਆ ਕਿ ਗੁਰੂ ਘਰ ਕਿਵੇਂ ਪੱਕੇ ਕਰਨੇ ਆ ਜੀ। ਗੋਰਿਆਂ ਦੇ ਨਾਲ ਟੱਕਰ ਹੋਈ। ਗੁਰਦੁਆਰਾ ਗੁਰੂ ਕਾ ਬਾਗ। ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਰਾਜਾ ਹਰੀ ਸੈਨ ਆਇਆ ਸੀਗਾ ਜੀ। ਭਾਈ ਕਲਿਆਣਾ ਜੀ ਤੋਂ ਸਿੱਖ ਬਣਿਆ ਤੇ ਰਾਜਾ ਹਰੀ ਸੈਨ ਮਹਾਰਾਜ ਦੇ ਚਰਨਾਂ 'ਚ ਆਇਆ। ਜਦੋਂ ਰਾਜਾ ਹਰੀ ਸੈਨ ਮਹਾਰਾਜ ਜੀ ਦੇ ਚਰਨਾਂ 'ਚ ਆਇਆ ਤੇ ਉਦੋਂ ਸ਼ਬਦੀ ਦੀ ਪੰਕਤੀ ਚੱਲ ਰਹੀ ਸੀ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਵੀ ਜੋ ਰੱਬ ਨੇ ਲਿਖਤਾ ਉਹ ਲੇਖ ਨਹੀਂ ਮਿਟਦਾ। ਰਾਜਾ ਹਰੀ ਸੈਨ ਪਹਿਲੀ ਵਾਰੀ ਮਹਾਰਾਜ ਦੇ ਚਰਨਾਂ 'ਚ ਆਇਆ ਤਾਂ ਉਹਦਾ ਸ਼ੰਕਾ ਬਣ ਗਿਆ
ਕਹਿੰਦਾ ਜੇ ਲੇਖ ਹੀ ਨਹੀਂ ਮਿਟਣੇ ਤੇ ਗੁਰੂ ਜੀ ਦੇ ਕੋਲ ਆਉਣ ਦਾ ਕੀ ਫਾਇਦਾ। ਉਹ ਮਹਾਰਾਜ ਕਹਿੰਦੇ ਹਰੀ ਸੈਨ ਚਿੰਤਾ ਨਾ ਕਰ, ਰਹਿ ਕੁਝ ਦਿਨ ਤੈਨੂੰ ਪਤਾ ਲੱਗ ਜਾਏਗਾ। ਰਾਜਾ ਹਰੀ ਸੈਨ ਰਹਿੰਦਾ ਤੇ ਰਾਤ ਉਹਨੂੰ ਇੱਕ ਸੁਪਨਾ ਆਉਂਦਾ। ਸੁਪਨੇ 'ਚ ਉਹਦੇ ਬੜੇ ਜਨਮ ਹੁੰਦੇ ਜੀ ਤੇ ਉਹ ਮਰਦਾ ਜੀ। ਅਖੀਰਲਾ ਜਨਮ ਉਹਦਾ ਚੰਡਾਲ ਦਾ ਹੁੰਦਾ ਜੀ, ਚੰਡਾਲ ਦਾ ਹੁੰਦਾ ਜੀ। ਬੜਾ ਉਹਦਾ ਪਰਿਵਾਰ ਵੱਡਾ ਹੋ ਜਾਂਦਾ ਜੀ ਤੇ ਫਿਰ ਉਸ ਸੁਪਨੇ 'ਚ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਨੱਪ ਦਿੰਦੇ ਆ। ਉਹਦਾ ਪਰਿਵਾਰ ਬੜਾ ਰੋਂਦੇ ਆ ਜੀ। ਸੁਪਨਾ ਖੁੱਲ ਗਿਆ। ਅਗਲੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਉਹਨੂੰ ਸ਼ਿਕਾਰ ਤੇ ਲੈ ਗਏ ਤੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ ਨਾ, ਮਹਾਰਾਜ ਉੱਥੇ ਪਹੁੰਚੇ। ਆਖੋ ਵਾਹਿਗੁਰੂ। ਗੁਰੂ ਸਾਹਿਬ ਤਾਂ ਜੇ ਪਿੱਛੇ ਸਨ, ਰਾਜਾ ਹਰੀ ਸੈਨ ਕੱਲਾ ਹੀ ਅੱਗੇ ਲੰਘ ਗਿਆ ਤੇ ਥੱਕ ਗਿਆ ਤੇ ਲੰਮੇ ਪੈ ਗਿਆ। ਤੇ ਜਦੋਂ ਲੰਮੇ ਪਿਆ ਨਾ ਜੀ, ਜਿਹੜਾ ਪੁੱਤ ਉਹਦਾ ਸੁਪਨੇ 'ਚ ਸੀ ਨਾ, ਉਹ ਅਸਲੀ ਵਿੱਚ ਉੱਥੇ ਆ ਗਿਆ ਜੀ। ਉਹ ਕਹਿੰਦਾ ਵੀ ਤੂੰ ਤੇ ਮਰ ਗਿਆ ਤੇ ਤੂੰ ਤੇ ਜਿਉਂਦਾ ਜਾਗਦਾ, ਰਾਜਿਆਂ ਵਾਲੇ ਕੱਪੜੇ ਪਾ ਕੇ ਬੈਠਾ, ਪਰਿਵਾਰ ਆ ਗਿਆ। ਉਹ ਕਹਿਣ ਤੂੰ ਸਾਡਾ ਹੈ, ਉਹ ਕਵੇ ਮੈਂ ਰਾਜਾ ਹਾਂ। ਉਹ ਕਹਿੰਦੇ ਤੂੰ ਤੇ ਚੰਡਾਲ ਹੈਗਾ, ਤੂੰ ਤੇ ਸਾਡਾ ਹੈ। ਕਰਦਿਆਂ ਕਰਦਿਆਂ ਗੁਰੂ ਅਰਜਨ ਸਾਹਿਬ ਆ ਗਏ ਉੱਥੇ। ਉਹ ਕਹਿੰਦਾ ਜੀ ਇਹ ਤਾਂ ਸੁਪਨੇ 'ਚ ਪਰਿਵਾਰ ਮੇਰਾ ਸੀ, ਸੱਚੀ 'ਚ ਕਿਵੇਂ ਹੋ ਗਿਆ। ਮਹਾਰਾਜ ਕਹਿੰਦੇ ਰਾਜੇ ਤੂੰ ਸ਼ੰਕਾ ਕੀਤੀ ਸੀ, ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਨਹੀਂ ਮਿਟਦੇ। ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਚੰਡਾਲ ਬਣਨਾ ਵੀ ਸੀ, ਸਭ ਕੁਝ ਸੁਪਨੇ 'ਚ ਹੀ ਕੱਟ ਦਿੱਤਾ। ਕਹਿੰਦੇ ਤੂੰ ਇੱਕ ਵਾਰੀ ਮਹਾਰਾਜ ਦੇ ਚਰਨਾਂ 'ਚ ਆਇਆ, ਗੁਰੂ ਨਾਨਕ ਸਾਹਿਬ ਦੇ ਘਰ ਆਇਆ, ਸਭ ਕੁਝ ਤੇਰਾ ਸੁਪਨੇ 'ਚ ਹੀ ਕੱਟ ਦਿੱਤਾ। ਉਹ ਅਸਥਾਨ ਸਮੇਂ ਨਾਲ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ। ਪਹਿਲਾਂ ਉਹਨੂੰ ਕਹਿੰਦੇ ਸੀ ਗੁਰੂ ਕੀ ਰੌੜ, ਫਿਰ ਕਿਹਾ ਗਿਆ ਗੁਰੂ ਕਾ ਬਾਗ। ਜਿਹੜਾ ਆਖੂ ਗੁਰੂ ਕਾ ਬਾਗ, ਉਹਨੂੰ ਲੱਗਣ ਦੂਣੇ ਭਾਗ। ਉਸ ਸਥਾਨ ਦਾ ਕਬਜ਼ਾ ਇੱਕ ਮਹੰਤ ਕੋਲ ਸੀ, ਸੁੰਦਰਦਾਸ ਮਹੰਤ ਸੀਗਾ। ਸਮੇਂ ਨਾਲ ਅੰਮ੍ਰਿਤ ਛਕ ਕੇ ਉਹ ਜੋਗਿੰਦਰ ਸਿੰਘ ਵੀ ਬਣਿਆ, ਪਰ ਉਹਦੇ ਜੀਵਨ 'ਚ ਗਿਰਾਵਟ ਆਈ ਜੀ। ਉਹ ਫਿਰ ਉੱਥੇ ਉਹਨੇ ਕਬਜ਼ਾ ਸੀਗਾ ਉਹਦਾ, ਉਹਨੇ ਗੁਰਸਿੱਖਾਂ ਨੇ ਛਡਾਉਣ ਦਾ ਯਤਨ ਕੀਤਾ, ਉਹਨੇ ਉਹ ਕਬਜ਼ਾ ਛੱਡਿਆ ਨਹੀਂ ਜੀ। ਅੰਗਰੇਜ਼ਾਂ ਦੀ ਸਹਾਇਤਾ ਲਈ ਤੇ ਫਿਰ ਮੋਰਚਾ ਲੱਗਾ ਜੀ। ਮੋਰਚਾ ਇਹ ਲੱਗਾ ਵੀ ਗੁਰੂ ਘਰ ਇਸ ਮਹੰਤ ਤੋਂ ਛੁਡਵਾਉਣਾ ਹੈ, ਪ੍ਰਬੰਧ ਸਹੀ ਕਰਨਾ ਹੈ। ਤੇ ਫਿਰ ਸਾਧ ਸੰਗਤ ਜੀ ਉਸ ਮੋਰਚੇ ਦੇ ਵਿੱਚ ਅੰਗਰੇਜ਼ਾਂ ਨੇ ਬਹੁਤ ਸਾਰੇ ਗੁਰਸਿੱਖਾਂ ਦੇ ਉੱਤੇ ਜ਼ੁਲਮ ਵੀ ਕੀਤਾ, ਬੜਿਆਂ ਨੂੰ ਫੱਟੜ ਕੀਤਾ ਤੇ ਬੜੇ ਸ਼ਹੀਦ ਹੋਏ ਜੀ। ਗੁਰੂ ਘਰ ਦਾ ਪ੍ਰਬੰਧ ਠੀਕ ਕਰਨ ਵਾਸਤੇ ਗੁਰਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਜੀ, ਕੁਰਬਾਨੀਆਂ ਦਿੱਤੀਆਂ। ਕਿਉਂ? ਸਿੱਖ ਜਿਹੜਾ ਹੈ ਨਾ ਜੀ, ਉਹ ਦੋ ਥਾਵਾਂ ਤੋਂ ਚੱਲਦਾ ਜੀ, ਇੱਕ ਬਾਣੀ ਤੋਂ, ਦੂਜਾ ਗੁਰੂ ਘਰ ਤੋਂ ਜੀ। ਹਾਂਜੀ, ਜਿੰਨਾ ਚਿਰ ਉਹ ਗੁਰੂ ਘਰ ਚਾਹੇਗਾ ਉਹਨੂੰ ਕੋਈ ਵੀ ਸਾਧ ਸੰਗਤ ਜੀ ਬਦਲਾ ਨਹੀਂ ਸਕਦਾ ਜੀ, ਉਹਨੂੰ ਕੋਈ ਤੋੜ ਨਹੀਂ ਸਕਦਾ। ਤੇ ਸਮੇਂ ਨਾਲ ਸਰਕਾਰਾਂ ਨੇ, ਏਜੰਸੀਆਂ ਨੇ ਸਾਜ਼ਿਸ਼ਾਂ ਇਹੋ ਜਿਹੀਆਂ ਕੀਤੀਆਂ ਵੀ ਗੁਰੂ ਘਰਾਂ 'ਚ ਗਲਤ ਬੰਦੇ ਵਾੜ ਦਿਓ, ਉਹ ਕੰਮ ਇਹੋ ਜਿਹੇ ਕਰਨ ਲੋਕਾਂ ਦਾ ਗੁਰੂ ਘਰ ਤੋਂ ਮਨ ਟੁੱਟ ਜਾਵੇ। ਤੇ ਜਦੋਂ ਗੁਰੂ ਘਰ ਤੋਂ ਮਨ ਟੁੱਟ ਗਿਆ, ਫਿਰ ਸਿੱਖਾਂ ਨੂੰ ਖਤਮ ਕਰਨਾ ਬੜਾ ਸੌਖਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿਓ, ਸੰਗਤ ਤੋਂ ਤੋੜ ਦਿਓ, ਸਿੱਖ ਆਪੇ ਹੀ ਖਤਮ ਹੋ ਗਿਆ। ਚੇਤਾ ਰੱਖਿਓ, ਸੰਗਤ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਇੱਥੋਂ ਦੀ ਵਾਈਬ੍ਰੇਸ਼ਨ ਜਿਹੜੀ ਸੰਗਤ ਦੀ ਹੈ ਨਾ, ਕਿਤੇ ਨਾ ਕਿਤੇ ਉਹ ਮਨ ਦਾ ਹਿੱਸਾ ਬਣ ਜਾਂਦੀ ਹੈ। ਆਤਮਾ ਬਲਵਾਨ ਹੁੰਦੀ ਹੈ ਤੇ ਬਲਵਾਨ ਆਤਮਾ ਛੇਤੀ ਮਾੜਾ ਕੰਮ ਨਹੀਂ ਤੇ ਕਰਨ ਦਿੰਦੀ ਬੰਦੇ ਨੂੰ। ਜਿਹੜੇ ਮਾੜੇ ਕੰਮ ਕਰਦੇ ਆ ਉਹ ਪਤਾ ਕਿਉਂ ਹੁੰਦੇ ਆ? ਕਿਉਂਕਿ ਸਾਡੀ ਆਤਮਾ ਕਮਜ਼ੋਰ ਹੈਗੀ ਹੈ, ਅੰਦਰ ਦੀ ਆਤਮਾ ਕਮਜ਼ੋਰ ਹੈ। ਤੇ ਉਹ ਆਤਮਾ ਕਮਜ਼ੋਰ ਹੈ, ਕਮਜ਼ੋਰ ਬੰਦੇ ਨੂੰ ਜਿਹੜਾ ਮਰਜ਼ੀ ਢਾ ਲੈਂਦਾ ਜੀ। ਫਿਰ ਇਹਨੂੰ ਕਾਮ ਵੀ ਢਾਉਂਦਾ ਹੈ, ਇਹਨੂੰ ਕ੍ਰੋਧ ਵੀ ਢਾਉਂਦਾ ਹੈ, ਇਹਨੂੰ ਹੰਕਾਰ ਵੀ ਢਾਉਂਦਾ ਹੈ,
ਇਹਨੂੰ ਲੋਭ ਵੀ ਢਾਉਂਦਾ ਹੈ। ਪਰ ਜਦੋਂ ਬੰਦਾ ਸੰਗਤ ਵਿੱਚ ਆਵੇ, ਗੁਰੂ ਦੀ ਬਾਣੀ ਪੜ੍ਹੇ ਤੇ ਸਤਿਗੁਰੂ ਦੀ ਬਾਣੀ ਸੁਣੇ, ਫਿਰ ਇਹਦੀ ਆਤਮਾ ਮਜ਼ਬੂਤ ਹੁੰਦੀ ਹੈ। ਮਜ਼ਬੂਤ ਆਤਮਾ ਨੂੰ ਨਾ ਕੋਈ ਢਾ ਸਕਦਾ, ਨਾ ਕੋਈ ਖਤਮ ਕਰ ਸਕਦਾ ਹੈ ਜੀ। ਸਾਡੀ ਆਤਮਾ ਕਮਜ਼ੋਰ ਹੋ ਜਾਵੇ, ਇਸ ਕਰਕੇ ਗੁਰੂ ਘਰਾਂ ਦਾ ਪ੍ਰਬੰਧ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਾਂਦਾ ਜਿਹੜੇ ਆਪ ਹੀ ਡਿੱਗੇ ਹੋਏ ਹਨ ਆਚਰਣ ਤੋਂ। ਵੀ ਸਿੱਖ ਟੁੱਟ ਜਾਣਗੇ, ਗੁਰੂ ਘਰ ਨਹੀਂ ਆਉਣਗੇ, ਇਹਨਾਂ ਦੀ ਆਤਮਾ ਮਜ਼ਬੂਤ ਨਹੀਂ ਹੋਏਗੀ। ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ, ਗੁਰੂ ਕੇ ਬਾਗ ਦਾ ਮੋਰਚਾ ਲੱਗਾ ਉਸ ਮਹੰਤ ਤੋਂ ਛਡਵਾਉਣ ਵਾਸਤੇ। ਨਨਕਾਣਾ ਸਾਹਿਬ ਦਾ ਕਿੰਨਾ ਵੱਡਾ ਮੋਰਚਾ ਸੀ, ਮਹੰਤ ਨਰੈਣੂ ਸੀਗਾ ਉੱਥੇ ਜੀ। ਪੰਜਾ ਸਾਹਿਬ ਦਾ ਮੋਰਚਾ ਕਿੰਨਾ ਵੱਡਾ। ਪਟਰੀ ਮੁੱਕ ਗਈ, ਪਰ ਲੰਮੇ ਪੈਣ ਵਾਲੇ ਅੱਗੇ ਸਿੱਖ ਨਹੀਂ ਮੁੱਕੇ। ਤੇ ਕੀ ਕਰਨਾ ਸੀਗਾ, ਲੰਮੇ ਪੈ ਕੇ ਕਰਨਾ ਕੀ ਸੀ ਪਟਰੀ ਅੱਗੇ? ਵੀ ਜਿਹੜੇ ਕੈਦੀ ਸਿੱਖ ਨੇ ਉਹਨਾਂ ਨੂੰ ਜਲ ਪਾਣੀ ਛਕਾਉਣਾ ਸੀ। ਬੜੇ ਚਿਰ ਦੇ ਭੁੱਖੇ ਪਿਆਸੇ ਸੀ, ਤੇ ਟ੍ਰੇਨ ਦੇ ਵਿੱਚ ਜਿਹੜੇ ਸਿੱਖ ਸਨ ਉਹ ਭੁੱਖੇ ਪਿਆਸੇ ਸਨ, ਤੇ ਉਹਨਾਂ ਨੂੰ ਜਲ ਪਾਣੀ ਛਕਾਉਣਾ ਸੀਗਾ। ਇਹਦੇ ਕਰਕੇ ਅੱਗੇ ਲੰਮੇ ਪੈ ਗਏ ਜੀ। ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ। ਅੱਜ ਵੱਡੇ ਵੱਡੇ ਅਸਥਾਨ ਨੇ। ਕਈ ਵਾਰੀ ਸੋਚੀਦਾ ਹੈ ਵੀ ਜਿੰਨੇ ਜਿੰਨੇ ਵੱਡੇ ਸਾਡੇ ਅਸਥਾਨ ਨੇ, ਵੀ ਸਾਡਾ ਤੇ ਬੜੇ ਵਰਲਡ ਲੈਵਲ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਜੀ। ਪੰਜਾਬ 'ਚ, ਹਿੰਦੁਸਤਾਨ 'ਚ, ਬਾਹਰਲੇ ਦੇਸ਼ਾਂ ਵਿੱਚ ਕਿੱਡੇ ਕਿੱਡੇ ਵੱਡੇ ਅਸਥਾਨ ਹੈ। ਫਿਰ ਉਹਨਾਂ ਅਸਥਾਨਾਂ ਤੇ ਪੂਰਤੀ ਬੜੀ ਹੋ ਰਹੀ ਹੈ। ਮਾਫ ਕਰਿਓ, ਭਾਵੇਂ ਅੱਜ ਦੇ ਲੋਕ ਆਪਣਾ ਧਰਮ ਛੱਡ ਕੇ ਈਸਾਈ ਵੀ ਬਣੀ ਜਾਂਦੇ ਆ, ਪਰ ਮੈਨੂੰ ਦੱਸੋ ਕਿਸੇ ਗਿਰਜਾ ਘਰ ਦੇ ਵਿੱਚ ਸਾਧ ਸੰਗਤ ਜੀ 8 ਪੈਰ ਲੰਗਰ ਲੱਗੇ ਹੋਣ, 8 ਪੈਰ ਲੰਗਰ ਲੱਗੇ ਹੋਣ, ਉਹ 8 ਪੈਰ ਹੀ ਪ੍ਰਸ਼ਾਦਾ ਛਕਾਉਂਦੇ ਹੋਣ ਵੀ ਆਓ, ਉੱਥੇ 8 ਪੈਰ ਪਰਮੇਸ਼ਰ ਦੀ ਕੀਰਤੀ ਹੁੰਦੀ ਹੋਵੇ। ਨਹੀਂ। ਅਸੀਂ ਪਿਛੇ ਜੇ ਪੰਜੋਖਰਾ ਸਾਹਿਬ ਗਏ ਤੇ ਉੱਥੇ ਜਾਂਦਿਆਂ ਨੂੰ ਮਹਾਰਾਜ ਜੀ ਦੀ ਬਾਣੀ ਚੱਲ ਰਹੀ, ਸਾਰੀ ਸੰਗਤ ਨੇ ਨਮਸਕਾਰ ਕੀਤੀ, ਖੁੱਲਾ ਪ੍ਰਸ਼ਾਦਾ ਪਾਣੀ ਵਰਤ ਰਿਹਾ, ਬੜਾ ਵਧੀਆ ਵਰਤ ਰਿਹਾ। ਇੰਨਾ ਵੱਡਾ ਕੇਂਦਰ ਹੋ ਜੀ। ਤੇ ਇਹੋ ਜਿਹਾ ਇੱਕ ਕੇਂਦਰ ਨਹੀਂ, ਜਿੰਨੀਆਂ ਥਾਵਾਂ ਤੇ ਚਲੇ ਜਾਓ ਉਹਨੇ ਕੇਂਦਰ। ਪਿੰਡਾਂ ਦੇ ਉਹ ਲਖਨੌਰ ਸਾਹਿਬ ਗਏ, ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਅਸਥਾਨ ਤੇ, ਬਿਲਕੁਲ ਪਿੰਡ ਦੇ ਵਿੱਚ ਸਥਾਨ ਹੈ, ਬੱਸ ਨਹੀਂ ਛੇਤੀ ਮੁੜਦੀ ਜੀ। ਉੱਥੇ ਵੀ ਵਧੀਆ ਲੰਗਰ ਹੈਗੇ ਜੀ, ਐਨ ਬੜੇ ਬੜੇ ਵਧੀਆ ਪ੍ਰਬੰਧ ਨੇ ਜੀ। ਜੋ ਗੁਰੂ ਘਰ ਹੈ ਨਾ, 100 ਜਨਮ ਧਾਰ ਕੇ ਵੀ ਕੋਈ ਗੁਰੂ ਘਰ ਦੀ ਰੀਸ ਕਰਨ ਲੱਗੇ ਕਦੀ ਨਹੀਂ ਕੀਤੀ ਜਾ ਸਕਦੀ। 100 ਜਨਮ ਧਾਰ ਕੇ ਵੀ ਕੋਈ ਆਖੇ ਨਾ ਅਸੀਂ ਗੁਰੂ ਘਰਾਂ ਵਰਗਾ ਦੂਜਾ ਕੋਈ ਸਿਸਟਮ ਖੜਾ ਕਰ ਦਈਏ, ਨਹੀਂ ਖੜਾ ਹੋ ਸਕਦਾ। ਮਹਾਰਾਜ ਦੇ ਘਰ ਦੀ ਵਡਿਆਈ ਇੰਨੀ ਵੱਡੀ ਹੈ ਸਾਧ ਸੰਗਤ ਜੀ। ਸੋ ਅੱਜ ਗੁਰੂ ਕੇ ਬਾਗ ਦਾ ਮੋਰਚਾ, ਉਹਦੀ ਸ਼ਤਾਬਦੀ ਹੈ, 100 ਸਾਲ ਹੋ ਗਏ ਆ। ਮਹਾਰਾਜ ਕਿਰਪਾ ਕਰਨ। ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਪ੍ਰਣਾਮ ਹੈ, ਜਿਨ੍ਹਾਂ ਸਿੰਘਾਂ ਨੇ ਸਤਿਗੁਰਾਂ ਦੇ ਅਸਥਾਨਾਂ ਵਾਸਤੇ ਕੁਰਬਾਨੀਆਂ ਕੀਤੀਆਂ, ਗਲਤ ਹੱਥਾਂ ਤੋਂ ਗੁਰਦੁਆਰੇ ਛਡਾਏ, ਆਪ ਦੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਜੀ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਸਾਨੂੰ ਵੀ ਇਹ ਪ੍ਰੇਮ ਬਖਸ਼ਿਸ਼ ਕਰਨ, ਅਸੀਂ ਸਮਰਪਿਤ ਭਾਵ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਸਕੀਏ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। 2 ਮਿੰਟ ਗੁਰਮੰਤਰ ਦਾ ਜਾਪ ਕਰੋ, ਫਿਰ ਖਿਮਾ ਮੰਗੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੋਰਿਆਂ ਨੇ ਜ਼ੁਲਮ ਦੀ ਇੰਤਹਾ ਕੀਤੀ ਸੀ, ਇੰਨੀਆਂ ਡਾਂਗਾਂ ਭਰਾਈਆਂ, ਲਹੂ ਲੁਹਾਨ ਗੁਰੂ ਦੇ ਸਿੱਖ ਕਰ ਦਿੱਤੇ। ਉਹਨਾਂ ਨੇ ਜ਼ੁਲਮ ਦੀ ਇੰਤਹਾ ਕੀਤੀ ਹੈ, ਅੱਤ ਕੀਤੀ ਜੀ, ਅੱਤ। ਤੇ ਗੁਰੂ ਕੇ ਸਿੱਖਾਂ ਨੂੰ ਜੋ ਡਾਂਗਾਂ ਵੱਜਦੀਆਂ ਸੀ ਨਾ, ਤਾਂ ਬਜ਼ੁਰਗ ਸਿੱਖ ਜਿਹੜੇ ਸ਼ਹੀਦੀਆਂ ਦੇਣ ਗਏ,
ਉਹਨਾਂ ਨੂੰ ਜਦੋਂ ਡਾਂਗ ਵੱਜਦੀ ਤਾਂ ਮੁੱਖੋਂ ਬੋਲਦੇ ਵਾਹਿਗੁਰੂ। ਜਿੰਨੀਆਂ ਡਾਂਗਾਂ ਪੈਂਦੀਆਂ ਉਨੀ ਵਾਰੀ ਉਹ ਵਾਹਿਗੁਰੂ ਕਹਿੰਦੇ। ਅੱਜ ਸਾਡੇ ਬੱਚੇ ਸੋਹਣਿਆਂ ਬੈੱਡਾਂ ਤੇ ਬੈਠੇ, ਵਾਹਿਗੁਰੂ ਨਹੀਂ ਆਖਿਆ ਜਾਂਦਾ ਉਹਨਾਂ ਤੋਂ। ਪ੍ਰੇਮ ਨਾਲ ਗੱਜ ਕੇ ਜਪੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ ਜੀ। ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਲੱਖਾਂ ਵਾਰੀ ਕਰੋੜਾਂ ਵਾਰੀ ਨਮਸਕਾਰ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਆ, ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਪਾਵੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਨ੍ਹਾਂ ਨੇ ਇਹਨਾਂ ਬਚਨਾਂ ਤੇ ਫੁੱਲ ਚੜਾਏ ਆ, ਜਿਨ੍ਹਾਂ ਨੇ ਇਹਨਾਂ ਬਚਨਾਂ ਦੇ ਅਨੁਸਾਰ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅੱਜ 100 ਸਾਲਾ ਸ਼ਹੀਦੀ ਸ਼ਤਾਬਦੀ ਪੰਥ ਮਨਾ ਰਿਹਾ। ਉਹਨਾਂ ਦੀਆਂ ਲੱਖਾਂ ਵਾਰ ਨਮਸਕਾਰ ਉਹਨਾਂ ਦੇ ਚਰਨਾਂ ਦੇ ਵਿੱਚ। ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੈ। ਪਰ ਇਹਨਾਂ ਨੇ ਸ਼ਾਂਤਮਈ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮਹਾਰਾਜ ਕਿਰਪਾ ਕਰਨ ਐਸੇ ਗੁਰਸਿੱਖਾਂ ਦੀ ਚਰਨ ਧੂੜ ਸਾਨੂੰ ਪ੍ਰਾਪਤ ਹੋਵੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।